ਵਾਹਿਗੁਰੂ 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 ਵਾਹਿਗੁਰੂ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਸਿਕਦਾਰੋ ਨਹਿ ਪਤਿਆਇਆ। ਉਮਰਾਵੋ ਆਗੈ ਚੇਰਾ। ਮਿਲ ਰਾਜਨ ਰਾਮ ਨਬੇਰਾ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਸਿਕਦਾਰੋ ਨਹਿ ਪਤਿਆਇਆ। ਉਮਰਾਵੋ ਆਗੈ ਚੇਰਾ। ਮਿਲ ਰਾਜਨ ਰਾਮ ਨਬੇਰਾ। ਅਬ ਢੂੰਡਨ ਕਤਹੁ ਨਾ ਜਾਈ। ਗੋਬਿੰਦ ਭੇਟੇ ਗੁਰ ਗੋਸਾਈ। ਅਬ ਢੂੰਡਨ ਕਤਹੁ ਨਾ ਜਾਈ। ਗੋਬਿੰਦ ਭੇਟੇ ਗੁਰ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਰਬੱਤ ਗੁਰਮੁਖ ਮਾਈ ਪਾਈ। ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਉੱਥੇ ਨਾਲ ਹੀ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸੁੰਦਰ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਤਮਾਮ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ,
ਇਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਪਾਵਨ ਪਵਿੱਤਰ ਦਿਹਾੜਾ ਭਗਤ ਰਵਿਦਾਸ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਜਦੋਂ ਇਤਿਹਾਸ ਦੇ ਅੰਦਰ ਭਗਤ ਸਾਹਿਬ ਜੀ ਦਾ ਜੀਵਨ ਪੜ੍ਹ ਕਰਕੇ ਵੇਖਦੇ ਹਾਂ ਤਾਂ ਆਪ ਜੀ ਦਾ ਜੋ ਜਨਮ 1398 ਈਸਵੀ ਨੂੰ ਪਿਤਾ ਬਾਬਾ ਸੰਤੋਖ ਦਾਸ ਜੀ ਤੇ ਮਾਤਾ ਕਲਸਾ ਦੇਵੀ ਜੀ ਦੇ ਗ੍ਰਹਿ ਵਿਖੇ ਕਾਸ਼ੀ ਬਨਾਰਸ ਦੇ ਅੰਦਰ ਅੰਮ੍ਰਿਤ ਵੇਲੇ ਅੱਜ ਦੇ ਪੂਰਨਮਾਸ਼ੀ ਦੇ ਸ਼ੁਭ ਦਿਹਾੜੇ ਤੇ ਪ੍ਰਗਟ ਹੋਇਆ। ਪਿਤਾ ਬਾਬਾ ਸੰਤੋਖ ਦਾਸ ਜੀ ਤੇ ਮਾਤਾ ਕਲਸਾ ਦੇਵੀ ਜੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲੇ ਸਨ। ਜਿਹੜਾ ਕਰਮ ਸੀ ਪਿਤਾ ਜੀ ਦਾ ਜੁੱਤੀਆਂ ਗੰਢਣੀਆਂ ਜੋੜੇ ਤਿਆਰ ਕਰਕੇ ਸੰਗਤਾਂ ਦੇ ਵਾਸਤੇ ਜਿਤਨੇ ਵੀ ਕੋਈ ਪ੍ਰਾਣੀ ਆ ਜਾਂਦੇ ਉਹਨਾਂ ਦੇ ਚਰਨਾਂ ਵਿੱਚ ਪਹਿਨਾਉਣੇ। ਬੇਹੱਦ ਨਿਮਰਤਾ ਸੀ ਪਿਤਾ ਬਾਬਾ ਸੰਤੋਖ ਦਾਸ ਜੀ ਦੇ ਮਨ ਵਿੱਚ। ਨਾਲੇ ਤੇ ਚਰਨਾਂ ਦੇ ਵਿੱਚ ਜੋੜਾ ਪਹਿਨਾ ਦੇਣਾ ਤੇ ਨਾਲੇ ਉਸ ਦੇ ਚਰਨੀ ਹੱਥ ਲਾ ਕੇ ਮੱਥਾ ਟੇਕ ਦੇਣਾ। ਇਹ ਜਿਹੜੇ ਐਸੇ ਦੈਵੀ ਗੁਣ ਸਨ ਪਿਤਾ ਜੀ ਦੇ ਪਾਸੋਂ ਭਗਤ ਰਵਿਦਾਸ ਸਾਹਿਬ ਜੀ ਨੂੰ ਵਿਰਸੇ ਦੇ ਵਿੱਚ ਮਿਲੇ, ਕਿਉਂਕਿ ਮਾਤਾ ਪਿਤਾ ਤੋਂ ਲੈ ਕਰਕੇ ਅੰਸ਼ ਵੰਸ਼ ਦੇ ਅੰਦਰ ਜਿਹੜੇ ਸੁਭਾਅ ਸਾਧ ਸੰਗਤ ਜੀ ਅੱਗੇ ਤੋਂ ਅੱਗੇ ਇਹ ਚੱਲਦੇ ਨੇ। ਜਦੋਂ ਪਿਤਾ ਜੀ ਨੂੰ ਕਿਰਤ ਕਰਦਿਆਂ ਵੇਖਣਾ ਭਗਤ ਜੀ ਦੇ ਮਨ ਦੇ ਉੱਤੇ ਬਹੁਤ ਅਸਰ ਹੋਇਆ ਕਿ ਮੈਂ ਵੀ ਆਪਣੇ ਪਿਤਾ ਜੀ ਦੇ ਵਾਂਗ ਜੋੜੇ ਗੰਢ ਕਰਕੇ ਪਹਿਨਾਵਾਂ। ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਜਿਹੜੇ ਤੀਰਥ ਯਾਤਰੂ ਜਾਂਦੇ ਨੇ ਨਾਲੇ ਤੇ ਉਹਨਾਂ ਦੇ ਚਰਨਾਂ ਵਿੱਚ ਜੋੜਾ ਪੈ ਜਾਇਆ ਕਰੇਗਾ, ਨਾਲੇ ਅਸੀਸ ਮਿਲਿਆ ਕਰੇਗੀ। ਬਾਕੀ ਜੋ ਕੁਝ ਗੁਰਮੁਖ ਪਿਆਰੇ ਨਾਮ ਰੰਗੀਆਂ ਰੂਹਾਂ ਪ੍ਰਾਪਤ ਕਰਦੀਆਂ ਉਹ ਚਰਨਾਂ 'ਚੋਂ ਹੀ ਲੈਂਦੀਆਂ ਝੁਕ ਕਰਕੇ। ਇਹ ਸਾਰੇ ਜਿਹੜੇ ਗੁਣ ਸੀ ਪਿਤਾ ਜੀ ਦੇ ਪਾਸੋਂ ਮਾਤਾ ਜੀ ਦੇ ਪਾਸੋਂ ਭਗਤ ਰਵਿਦਾਸ ਸਾਹਿਬ ਜੀ ਨੂੰ ਪ੍ਰਾਪਤ ਹੋਏ। ਬਨਾਰਸ ਕਾਸ਼ੀ ਦੀ ਧਰਤੀ ਤੇ ਉੱਥੇ ਰਹਿ ਕਰਕੇ ਫਿਰ ਪਿਤਾ ਜੀ ਵਾਲੀ ਕਿਰਤ ਜੋੜੇ ਗੰਢਣ ਦੀ ਭਗਤ ਰਵਿਦਾਸ ਜੀ ਨੇ ਆਰੰਭ ਕਰ ਦਿੱਤੀ। ਰਸਤੇ ਵਿੱਚ ਬੈਠ ਜਾਣਾ, ਰੰਬੀ ਤੇ ਆਰ ਲੈ ਕਰਕੇ ਜਿਹੜੇ ਕੋਈ ਤੀਰਥ ਦੇ ਉੱਪਰ ਯਾਤਰੂ ਜਾਂਦੇ ਸਨ ਉਹਨਾਂ ਦੇ ਜੋੜੇ ਫਟ ਜਾਣੇ, ਟੁੱਟ ਜਾਣੇ, ਨਾਲੇ ਤੇ ਜੋੜਾ ਲਾਹ ਕਰਕੇ ਗੰਢ ਦੇਣਾ, ਨਾਲੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦੇਣਾ। ਕੋਈ ਧੇਲਾ ਹੋਣਾ, ਕੋਈ ਕੌਡੀ, ਕੋਈ ਦਮੜਾ ਆਪਣੇ ਖੀਸੇ ਵਿੱਚੋਂ ਕੱਢ ਕਰਕੇ ਦੇ ਦੇਣਾ ਕਿ ਆਪ ਜੀ ਦੀ ਸੇਵਾ ਵਾਸਤੇ ਆ ਪ੍ਰਵਾਨ ਕਰ ਲਿਓ। ਇਹ ਜੀਵਨ ਸੀ ਭਗਤ ਰਵਿਦਾਸ ਸਾਹਿਬ ਜੀ ਦਾ। ਨਾਲੇ ਤੇ ਜੋੜੇ ਗੰਢ ਕੇ ਦੇਣੇ, ਕੋਲੋਂ ਧੇਲੀ ਦਮੜਾ ਜੋ ਆਨਾ ਕੌਡੀ ਕੁਝ ਵੀ ਖੀਸੇ ਵਿੱਚ ਹੋਣਾ ਤੇ ਉਹ ਸਾਧੂ ਦੀ ਝੋਲੀ ਦੇ ਦੇਣਾ। ਜਦੋਂ ਸਾਧ ਸੰਗਤ ਐਸੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦਿਆਂ ਕਰਦਿਆਂ ਮਨ ਨਿਰਮਲ ਪਵਿੱਤਰ ਹੋਇਆ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਿਮਰਨ ਭਜਨ ਦੇ ਸਦਕਾ ਮਨ ਇੰਨਾ ਕੁ ਇਕਾਗਰ ਹੋ ਗਿਆ ਸੀ ਕਿ ਪਰਮਾਤਮਾ ਜੀ ਨੇ ਸਰਗੁਣ ਰੂਪ ਧਾਰਨ ਕਰਕੇ ਭਗਤ ਜੀ ਦੇ ਸਾਹਮਣੇ ਦਰਸ਼ਨ ਦਿੱਤੇ ਨੇ। ਦਰਸ਼ਨ ਹੋ ਰਹੇ ਨੇ, ਬਚਨ ਬਿਲਾਸ ਵੀ ਸਾਹਮਣੇ ਹੋ ਰਹੇ ਨੇ। ਜਦੋਂ ਚਰਨਾਂ ਤੇ ਹੱਥ ਲਾਉਂਦੇ ਪਰਮਾਤਮਾ ਦੇ ਸਰੂਪ ਦੇ ਤੇ ਚਰਨ ਪਕੜੇ ਨਹੀਂ ਜਾਂਦੇ। ਪਰਮਾਤਮਾ ਵਾਹਿਗੁਰੂ ਸਰੂਪ ਆਪਣਾ ਮਗਰ ਕਰ ਲੈਂਦਾ ਤੇ ਭਗਤ ਜੀ ਅੱਗੇ ਹੁੰਦੇ ਤੇ ਸਰੂਪ ਹੋਰ ਮਗਰ ਹੋ ਜਾਂਦਾ। ਤਾਂ ਉਸ ਵੇਲੇ ਫਿਰ ਭਗਤ ਰਵਿਦਾਸ ਸਾਹਿਬ ਜੀ ਨੇ ਬੜੇ ਪਿਆਰ ਵਿੱਚ ਆ ਕਰਕੇ ਪਾਵਨ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਆਵ ਪਤਿਆਰ ਕਿਆ ਕੀਜੈ,
ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੋਂ ਬਲ ਬਲ ਜਾਉ ਰਮਈਆ, ਕਾਰਣੇ ਕਾਰਨ ਕਵਨ ਅਬੋਲ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਪਰਮਾਤਮਾ ਜੀ ਕਾਰਨ ਕਵਨ ਅਬੋਲ, ਆਪ ਜੀ ਦੇ ਨਾਂ ਬੋਲਣ ਦਾ ਕਾਰਨ ਕੀ ਹੈ? ਕਿਉਂ ਨਹੀਂ ਬਚਨਾਂ ਦੀ ਸਾਂਝ ਕਰਦੇ? ਕਿਉਂ ਆਪ ਜੀ ਦੇ ਚਰਨ ਹੱਥ ਵਿੱਚ ਨਹੀਂ ਆਉਂਦੇ? ਉਸ ਵੇਲੇ ਪਰਮਾਤਮਾ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਲਏ। ਭਗਤ ਜੀ, ਤੁਹਾਡਾ ਜਿਹੜਾ ਸੱਚਾ ਦਿਲੀ ਪ੍ਰੇਮ ਹੈ, ਉਹਨੇ ਸਾਡਾ ਸਰੂਪ ਪ੍ਰਗਟ ਕਰ ਲਿਆ। ਇੱਕ ਵਾਰੀ ਨਹੀਂ, ਬੇਅੰਤ ਵਾਰੀ ਪਰਮਾਤਮਾ ਜੀ ਦੇ ਦਰਸ਼ਨ ਦੀਦਾਰ ਸਰਗੁਣ ਰੂਪ ਦੇ ਅੰਦਰ, ਜਿਹਨੂੰ ਵਿਅਕਤੀਗਤ ਸਰੂਪ ਕਹਿ ਦੇਈਦਾ। ਤੇ ਇਸ ਤਰ੍ਹਾਂ ਭਗਤ ਰਵਿਦਾਸ ਸਾਹਿਬ ਜੀ ਨੂੰ ਦਰਸ਼ਨ ਦੀਦਾਰ ਪਰਮਾਤਮਾ ਦੇ ਹੋਏ। ਫਿਰ ਉੱਥੇ ਪਰਖਾਂ ਵੀ ਰਵਿਦਾਸ ਸਾਹਿਬ ਜੀ ਦੀਆਂ ਕੀਤੀਆਂ। ਘਰ ਦੇ ਵਿੱਚ ਜਦੋਂ ਪਰਮਾਤਮਾ ਨੇ ਫੇਰਾ ਪਾਇਆ, ਵੇਖਿਆ ਕਿ ਟੁੱਟੀ ਹੋਈ ਕੱਖਾਂ ਦੀ ਇੱਕ ਛਪਰੀ ਛੰਨ ਬਣੀ ਹੈ ਭਗਤ ਦੀ। ਇਹਦੇ ਵਿੱਚ ਰੰਬੀ ਤੇ ਆਰ ਲੈ ਕਰਕੇ ਚਮੜੇ ਨੂੰ ਕੱਟ ਕਰਕੇ ਜੋੜੇ ਗੰਢਦਾ ਪਿਆ, ਤੇ ਬੜੀ ਅੱਤ ਦੀ ਗਰੀਬੀ ਜਾਪਦੀ ਹੈ। ਨਾਲੇ ਤੇ ਪਰਖ ਹੋ ਜਾਵੇਗੀ। ਉਸ ਵੇਲੇ ਪਾਰਸ ਦੀ ਬੱਟੀ ਪਰਮਾਤਮਾ ਨੇ ਕੱਢ ਕਰਕੇ ਸਾਹਮਣੇ ਰੱਖ ਦਿੱਤੀ। ਲੈ ਰਵਿਦਾਸ, ਤੂੰ ਭਗਤੀ ਕਰਨ ਵਾਲਾ ਮੇਰਾ ਪਿਆਰਾ ਭਗਤ ਹੈ। ਜੋੜੇ ਗੰਢ ਕਰਕੇ ਚਰਨਾਂ ਵਿੱਚ ਪਹਿਨਾਉਣਾ, ਅੱਤ ਦੀ ਨਿਮਰਤਾ ਤੇਰੇ ਵਿੱਚ ਹੈ। ਆਹ ਪਾਰਸ ਦੀ ਬੱਟੀ ਲੈ ਲੈ। ਜੇ ਰੰਬੀ ਨੂੰ ਲਾਵੇਂਗਾ ਇਹ ਵੀ ਸੋਨੇ ਦੀ ਬਣ ਜਾਣੀ, ਆਰ ਨੂੰ ਲਾਵੇਂਗਾ ਇਹ ਵੀ ਸੋਨੇ ਦੀ। ਘਰ ਵੀ ਆਪਣੇ ਸੋਨੇ ਦੇ ਬਣਾ ਲਈ, ਤੇ ਅਮੀਰ ਬਾਦਸ਼ਾਹ ਵਾਂਗ ਤੂੰ ਰਹਿਣਾ ਕਰੀ। ਰਵਿਦਾਸ ਸਾਹਿਬ ਜੀ ਨੇ ਕੋਈ ਉਸ ਵੇਲੇ ਬਚਨ ਨਾ ਕੀਤਾ। ਕਹਿ ਦਿੱਤਾ ਕਿ ਆ ਸਾਹਮਣੇ ਜਿਹੜੀ ਦਰਖਤ ਹੈ, ਇਹਦੇ ਉੱਤੇ ਟੰਗ ਦਿਓ। ਪਰਮਾਤਮਾ ਨੇ ਉੱਥੇ ਰੱਖ ਦਿੱਤੀ ਵੀ ਬਾਅਦ ਵਿੱਚ ਆਪੇ ਭਗਤ ਰਵਿਦਾਸ ਵਰਤ ਲਵੇਗਾ, ਅਮੀਰ ਬਣ ਜਾਵੇਗਾ, ਸੋਨੇ ਦੇ ਮਹੱਲ ਬਣਾ ਲਵੇਗਾ। ਤੇ ਜਦੋਂ ਕੁਝ ਦਿਨਾਂ ਤੋਂ ਬਾਅਦ ਫਿਰ ਵਾਪਸ ਆਏ ਭਗਵਾਨ ਜੀ ਵਿਅਕਤੀ ਦਾ ਰੂਪ ਧਾਰਨ ਕਰਕੇ, ਤਾਂ ਆ ਕਰਕੇ ਵੇਖਦੇ ਨੇ ਉਹੀ ਜਿਹੜੀ ਟੁੱਟੀ ਹੋਈ ਕੱਖਾਂ ਦੀ ਛੰਨ ਛਪਰੀ ਹੈ, ਉਹੀ ਹੱਥ ਵਿੱਚ ਰੰਬੀ ਤੇ ਲੋਹੇ ਦੀ ਆਰ ਪਕੜੀ ਹੈ, ਉਹੀ ਫਟੇ ਪੁਰਾਣੇ ਜਿਹੜੇ ਐਸੇ ਬਸਤਰ ਸਰੀਰ ਤੇ ਧਾਰੇ ਨੇ। ਕਹਿਣ ਲੱਗੇ ਰਵਿਦਾਸ, ਮੈਂ ਤੈਨੂੰ ਪਾਰਸ ਦੀ ਬੱਟੀ ਦੇ ਕੇ ਗਿਆ ਸੀ। ਤੇ ਭਗਤ ਜੀ ਕਹਿਣ ਲੱਗੇ, ਮਹਾਰਾਜ ਜਿੱਥੇ ਰੱਖ ਕੇ ਗਏ ਸੀ ਉੱਥੇ ਹੀ ਪਈ ਹੋਵੇਗੀ। ਇੰਨਾ ਤਿਆਗ, ਇੰਨਾ ਬੈਰਾਗ, ਇੰਨਾ ਪ੍ਰੇਮ ਭਗਤ ਰਵਿਦਾਸ ਸਾਹਿਬ ਜੀ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪੈਦਾ ਹੋਇਆ ਸੀ। ਉਹਦੇ ਸਦਕਾ ਫਿਰ ਸਾਧ ਸੰਗਤ ਜੀ ਜਦੋਂ ਝਾਲਾ ਬਾਈ ਵਰਗੀਆਂ ਰਾਣੀਆਂ ਭਗਤ ਰਵਿਦਾਸ ਸਾਹਿਬ ਜੀ ਦੀਆਂ ਚੇਲੀਆਂ ਬਣੀਆਂ, ਇੰਨੀ ਸ਼ਰਧਾ ਬਣੀ ਕਿ ਉਹਨੇ ਘਰ ਦੇ ਅੰਦਰ ਜੱਗ ਕਰਵਾਇਆ। ਜੱਗ ਦੇ ਵਿੱਚ ਸਾਰੇ ਜਿੰਨੇ ਬ੍ਰਾਹਮਣ ਸਨ ਉਹਨਾਂ ਨੂੰ ਸੱਦਿਆ ਗਿਆ, ਤੇ ਭਗਤ ਰਵਿਦਾਸ ਸਾਹਿਬ ਜੀ ਨੂੰ ਵੀ ਨਿਮਰਤਾ ਸਹਿਤ ਉਹ ਬੇਨਤੀ ਕਰਕੇ ਗਈ। ਭਗਤ ਜੀ ਨੇ ਕਹਿ ਦਿੱਤਾ ਸੀ ਕਿ ਇਹ ਬ੍ਰਾਹਮਣ ਲੋਕ ਜਿਹੜੇ ਈਰਖਾ ਵਸ ਹੋ ਕਰਕੇ, ਈਰਖਾਲੂ ਹੋ ਕੇ ਈਰਖਾ ਕਰਨਗੇ, ਤੇ ਮੈਂ ਨਹੀਂ ਪਹੁੰਚ ਸਕਦਾ। ਉਸ ਰਾਣੀ ਨੇ ਵਾਸਤੇ ਪਾਏ ਵੀ ਜ਼ਰੂਰ ਆਪ ਜੀ ਪਹੁੰਚਿਓ, ਤੁਹਾਡੇ ਪਹੁੰਚਣ ਤੋਂ ਬਿਨਾਂ ਜੱਗ ਦੀ ਸੰਪੂਰਨਤਾ ਨਹੀਂ ਮੰਨੀ ਜਾਵੇਗੀ। ਭਗਤ ਜੀ ਸਾਧ ਸੰਗਤ ਜਦੋਂ ਗਏ, ਇਹਨਾਂ ਬ੍ਰਾਹਮਣਾਂ ਦੀਆਂ ਪੰਡਤਾਂ ਦੀਆਂ ਲਾਈਨਾਂ ਲੱਗੀਆਂ ਸੀ। ਖੀਰ ਕੜਾਹ ਪ੍ਰਸਾਦ ਤੇ ਜਿਹੜੇ ਪੂੜੇ ਆਦਿ ਕੇ ਛਕਣ ਲੱਗੇ ਸਨ, ਇੰਨੇ ਨੂੰ ਰਵਿਦਾਸ ਸਾਹਿਬ ਜੀ ਪਹੁੰਚ ਗਏ। ਤੇ ਜਦੋਂ ਰਵਿਦਾਸ ਪਹੁੰਚੇ ਹਨ ਤੇ ਸਾਰੇ ਉੱਠ ਕੇ ਖੜੇ ਹੋ ਗਏ। ਇਹ ਨੀਚ ਜਾਤ ਵਾਲਾ ਮਨੁੱਖ ਆ ਗਿਆ, ਭਿੱਟੇ ਗਏ ਹਾਂ, ਇਹ ਜੱਗ ਜਿਹੜਾ ਭ੍ਰਿਸ਼ਟ ਕਰਕੇ ਰੱਖ ਦਿੱਤਾ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ, ਤਾਂ ਆਲੇ ਦੁਆਲੇ ਜਦੋਂ ਵੇਖਦੇ, ਇੱਕ ਇੱਕ ਬ੍ਰਾਹਮਣ ਦੇ ਨਾਲ ਇੱਕ ਇੱਕ ਰਵਿਦਾਸ ਬੈਠਾ ਦਿਸਿਆ ਉਹਨਾਂ ਨੂੰ। ਪਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਦੇ ਵਾਸਤੇ ਕੀ ਨਹੀਂ ਕਰਦਾ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਫਿਰ ਉਹਨਾਂ ਨੇ ਆ ਕਰਕੇ ਰਾਜੇ ਦੇ ਪਾਸ ਸ਼ਿਕਾਇਤ ਕੀਤੀ ਕਿ ਨੀਚ ਜਾਤ ਵਾਲਾ ਰਵਿਦਾਸ, ਇਹ ਰਾਣੀ ਇਸ ਦੇ ਚਰਨ ਧੋ ਕਰਕੇ ਪੀਂਦੀ, ਸਾਰੀ ਪਰਜਾ ਇਹਦੇ ਕੋਲੋਂ ਉਪਦੇਸ਼ ਲੈਂਦੀ, ਤੇ ਸਾਨੂੰ ਬ੍ਰਾਹਮਣਾਂ ਨੂੰ ਕੋਈ ਪੁੱਛਦਾ ਨਹੀਂ ਹੈ।
ਰਾਜੇ ਨੇ ਕਿਹਾ ਸੀ ਕਿ ਇਹ ਪਰਮਾਤਮਾ ਦਾ ਭਗਤ ਹੈ ਜਾਂ ਤੁਸੀਂ ਪਰਮਾਤਮਾ ਦੇ ਭਗਤ ਹੋ। ਬ੍ਰਾਹਮਣ ਉੱਚਾ ਹੈ ਜਾਂ ਰਵਿਦਾਸ ਉੱਚਾ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਇਉਂ ਕਰਦੇ ਹਾਂ ਆਪਾਂ ਪਰਖ ਕਰ ਲੈਂਦੇ। ਨਦੀ ਦੇ ਪਰਲੇ ਪਾਸੇ ਕਿਨਾਰੇ ਤੇ ਰਾਜੇ ਨੇ ਮੂਰਤੀਆਂ ਰਖਵਾ ਦਿੱਤੀਆਂ। ਬ੍ਰਾਹਮਣ ਆਪਣੇ ਕੋਲ ਬਿਠਾ ਲਏ, ਰਵਿਦਾਸ ਜੀ ਨੂੰ ਕੋਲ ਬਿਠਾ ਲਿਆ। ਕਹਿਣ ਲੱਗੇ ਮੈਂ ਤੇ ਉਹਨੂੰ ਪੂਰਨ ਪਰਮਾਤਮਾ ਦਾ ਪਿਆਰਾ ਭਗਤ ਮੰਨਾਂਗਾ ਜਿਹੜਾ ਆਪਣੀ ਸ਼ਕਤੀ ਨਾਲ ਮੂਰਤੀਆਂ ਨੂੰ ਉਰਲੇ ਪਾਸੇ ਲੈ ਆਵੇ। ਤਾਂ ਬ੍ਰਾਹਮਣ ਜਿਹੜੇ ਸੀ, ਕੋਈ ਗਾਇਤਰੀ ਦਾ ਮੰਤਰ ਪੜ੍ਹਨ ਲੱਗਿਆ, ਕੋਈ ਵੇਦਾਂ ਦੀਆਂ ਸੁਰਤੀਆਂ, ਕੋਈ ਪੁਰਾਣਾਂ ਦੇ ਪਾਠ ਕਰਨ ਲੱਗੇ। ਮੂਰਤੀ ਟਸ ਤੋਂ ਮਸ ਨਹੀਂ ਹੋਈ। ਤੇ ਸਾਧ ਸੰਗਤ ਫਿਰ ਉਸ ਵੇਲੇ ਰਾਜੇ ਨੇ ਕਿਹਾ ਕਿ ਰਵਿਦਾਸ ਤੂੰ ਹੁਣ ਇਹ ਮੂਰਤੀ ਨੂੰ ਕੋਲ ਬੁਲਾ ਲੈ। ਰਵਿਦਾਸ ਜੀ ਕਹਿਣ ਲੱਗੇ ਰਾਜਨ ਮੈਂ ਕੌਣ ਹੁੰਨਾ ਕੋਲ ਬੁਲਾਉਣ ਵਾਲਾ? ਇਹ ਨਿਮਰਤਾ ਸੀ ਰਵਿਦਾਸ ਜੀ ਦੀ। ਫਿਰ ਉੱਥੇ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ, ਜਿਵੇਂ ਪ੍ਰੇਮ ਵਿੱਚ ਭਿੱਜ ਕੇ ਕਿਹਾ ਸੀ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਆਪ ਪਤਿਆਰ ਕਿਆ ਕੀਜੈ। ਮਹਾਰਾਜ ਹੁਣ ਕੀ ਮੇਰੇ ਪਰਤਿਆਵੇ ਲੈਣੇ ਕਰਦੇ ਹੋ? ਮੇਰੇ ਵਰਗਾ ਤੇ ਦੀਨ ਦੁਖੀ, ਇੱਛਾ ਭੈ ਸੰਜੋਗਤ, ਦੀਨ ਮੇਰੇ ਵਰਗਾ ਕੋਈ ਗਰੀਬ ਨਹੀਂ ਹੈ। ਹੁਣ ਕਿਰਪਾ ਕਰੋ, ਆਪ ਹੀ ਪਤ ਇੱਜ਼ਤ ਰੱਖਣੀ ਕਰੋ। ਤਾਂ ਉਸ ਵੇਲੇ ਜਦੋਂ ਸ਼ਬਦ ਦੀ ਸੰਪੂਰਨਤਾ ਹੋਈ, ਮੂਰਤੀਆਂ ਇਸ ਤਰ੍ਹਾਂ ਪਾਣੀ ਤੇ ਤਰਦੀਆਂ ਆਉਂਦੀਆਂ ਜਿਵੇਂ ਕੋਈ ਕਿਸ਼ਤੀ ਹੈ ਨਦੀ ਵਿੱਚੋਂ ਉਰਲੇ ਪਾਸੇ ਆਉਂਦੀ ਹੋਵੇ। ਆ ਕੇ ਜਦੋਂ ਮੂਰਤੀਆਂ ਉਰਲੇ ਕਿਨਾਰੇ ਟਿਕ ਗਈਆਂ ਤੇ ਰਾਜਾ ਕਹਿੰਦਾ ਬ੍ਰਾਹਮਣ ਲੋਕੋ ਹੁਣ ਦੱਸੋ ਕਿ ਤੁਸੀਂ ਵੱਡੇ ਹੋਏ ਕਿ ਰਵਿਦਾਸ ਵੱਡਾ ਹੋਇਆ? ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਵਿਦਵਾਨ ਬਣ ਜਾਣਾ ਵੱਖਰੀ ਗੱਲ, ਦੁਨੀਆ ਦੀ ਬਾਦਸ਼ਾਹੀ ਮਿਲ ਜਾਣੀ ਵੱਖਰੀ ਗੱਲ ਹੈ, ਪਰੰਤੂ ਦੁਨੀਆ ਦਾ ਬਾਦਸ਼ਾਹ ਤੇ ਪੰਡਤ ਉੱਚ ਕੋਟੀ ਦਾ ਵਿਦਵਾਨ ਇਹ ਭਗਤ ਦੇ ਬਰਾਬਰ ਨਹੀਂ ਪਹੁੰਚ ਸਕਦਾ। ਸਾਰਿਆਂ ਤੋਂ ਉੱਚੀ ਪਰਮਾਤਮਾ ਦੀ ਭਗਤੀ ਹੈ। ਜਿਹਨੇ ਭਗਤੀ ਕਰ ਲਈ ਉਹ ਮਾਇਆ ਤੋਂ ਨਿਰਲੇਪ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਇਸੇ ਵਾਸਤੇ ਹੀ ਫਿਰ ਭਗਤ ਰਵਿਦਾਸ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦਰਜ ਕਰਵਾਈ, ਵੇਖਿਆ ਵੀ ਭਗਤ ਜੀ ਦੇ ਹਿਰਦੇ ਅੰਦਰ ਪਰਮਾਤਮਾ ਦਾ ਪ੍ਰੇਮ ਡੁੱਲ ਡੁੱਲ ਕੇ ਪੈਂਦਾ ਹੈ। ਤਾਂ ਇਸ ਗੁਰਬਾਣੀ ਦੇ ਨਾਲ ਰਲਾਏ ਲਿਖਿਆ ਭਗਤਾਂ ਦੀ ਬਾਣੀ ਨੂੰ ਸਤਿਗੁਰੂ ਪਾਤਸ਼ਾਹ ਨੇ ਆਪਣੀ ਗੁਰਬਾਣੀ ਦੇ ਨਾਲ ਮਿਸ਼ਰਤ ਕਰਕੇ ਵੱਖੋ ਵੱਖਰੇ ਰਾਗਾਂ ਦੇ ਅੰਦਰ ਇਹ ਗੁਰਬਾਣੀ ਨੂੰ ਲਿਖਣਾ ਕੀਤਾ। ਜਦੋਂ ਕੋਈ ਭਗਤੀ ਕਰਦਾ ਪਰਮਾਤਮਾ ਦਾ ਪਿਆਰਾ, ਭਗਤੀ ਕਰਦਿਆਂ ਕਰਦਿਆਂ ਉਹਦਾ ਮਨ ਜਦੋਂ ਮਰ ਜਾਂਦਾ, ਗੱਲ ਤੇ ਮਨ ਦੀ ਹੈ, ਮਨ ਹੀ ਨਹੀਂ ਸਾਡਾ ਟਿਕਦਾ ਹੈ। ਜਦੋਂ ਮਨ ਦੇ ਸੰਕਲਪ ਵਿਕਲਪ ਸ਼ਾਂਤ ਹੋ ਗਏ, ਮਨ ਇਕਾਗਰ ਹੋ ਗਿਆ, ਇਕਾਗਰ ਹੋਏ ਮਨ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਉਹ ਰੱਬ ਦੀ ਆਵਾਜ਼ ਹੈ। ਇਹਨਾਂ ਭਗਤਾਂ ਨੇ ਬੰਦਗੀ ਕਰਕੇ ਮਨ ਨੂੰ ਜਿਹੜਾ ਸ਼ਾਂਤ ਕੀਤਾ, ਫੁਰਨੇ ਮੇਟ ਦਿੱਤੇ, ਫਿਰ ਜਿਹੜਾ ਕੁਝ ਅੰਦਰੋਂ ਬੋਲਿਆ ਉਹ ਪਰਮਾਤਮਾ ਬੋਲਿਆ ਹੈ। ਰਵਿਦਾਸ ਸਾਹਿਬ ਜੀ ਦਾ ਅੱਜ ਜਿਹੜਾ ਜਨਮ ਦਿਹਾੜਾ ਸਮੁੱਚੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਸੋ ਆਓ ਹੁਣ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਚੌਪਦੇ। ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਹਨ। ਸ਼ਬਦ ਦੀ ਆਰੰਭਤਾ ਦੇ ਵਿੱਚ ਬਚਨ ਲਿਖੇ ਹਨ ਘਰ ਤੀਜਾ। ਜਿਸ ਵੇਲੇ ਰਾਗੀ ਸਿੰਘਾਂ ਨੇ ਇਹ ਸ਼ਬਦ ਗਾਇਨ ਕਰਨਾ, ਰਾਗਾਂ ਦੀ ਨਿਜਮਾਵਲੀ ਅਨੁਸਾਰ ਇਸ ਨੂੰ ਜੋੜੀ ਦੇ ਤੀਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਗਾਉਣਾ ਹੈ। ਚੌਪਦੇ ਦਾ ਅਰਥ ਹੈ ਸ਼ਬਦ ਇੱਕ ਹੈ,
ਇਹਦੇ ਜਿਹੜੇ ਪਦੇ ਹਿੱਸੇ ਹਨ, ਪੌੜੀਆਂ ਨੇ, ਉਹ 4 ਹੋਣਗੀਆਂ। 4 ਪਦਿਆਂ ਦਾ ਜੋ ਸ਼ਬਦ ਸਤਿਗੁਰੂ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਉਚਾਰਨ ਮਾਤਰ ਸਰਬ ਜੀਆਂ ਦੀ ਰੱਖਿਆ ਕਰਨ ਵਾਲਾ। ਸਤ ਸੱਚਾ ਹੈ। ਗੁਰ ਜਿਹੜਾ ਚੇਤਨ ਰੂਪ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਇਸ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਜੋ ਉਥਾਨਕਾ ਹੈ, ਜਿਸ ਵੇਲੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤੀ, ਤਾਂ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ ਬੇਹੱਦੋਂ ਈਰਖਾ ਕਰਨ ਲੱਗ ਪਏ। ਉਹਨਾਂ ਨੇ ਬਹੁਤ ਸਾਰੇ ਇਸ ਨਗਰ ਅੰਮ੍ਰਿਤਸਰ ਦੇ ਪੰਚਾਂ ਤੱਕ ਪਹੁੰਚ ਕੀਤੀ ਵੀ ਜਿਹੜਾ ਗੁਰਤਾ ਗੱਦੀ ਦੇ ਉੱਤੇ ਮੇਰਾ ਹੱਕ ਹੈ, ਮੈਂ ਵੱਡਾ ਪੁੱਤਰ ਗੁਰੂ ਰਾਮਦਾਸ ਜੀ ਦਾ, ਮੈਨੂੰ ਗੁਰਤਾ ਗੱਦੀ ਦਿਵਾਉਣੀ ਕਰੋ। ਪੰਚਾਂ ਦੇ ਕੋਲ ਵੀ ਜਾ ਕੇ ਪੂਰੀ ਨਹੀਂ ਪਈ। ਫਿਰ ਇਲਾਕੇ ਦੇ ਜਿਹੜੇ ਸਰਦਾਰ ਚੌਧਰੀ ਸਨ ਉਹਨਾਂ ਦੇ ਕੋਲ ਗਏ ਤੇ ਉੱਥੇ ਜਾ ਕਰਕੇ ਵੀ ਪੂਰੀ ਨਾ ਪਈ। ਫਿਰ ਦਿੱਲੀ ਬਾਦਸ਼ਾਹ ਜਹਾਂਗੀਰ ਦੇ ਕੋਲ ਚਲਿਆ ਗਿਆ। ਉੱਥੇ ਜਾ ਕੇ ਸੁਲਹੀ ਤੇ ਸੁਲੱਭੀ ਵਰਗਿਆਂ ਨੂੰ ਜਾ ਕੇ ਮਿਲਿਆ ਤੇ ਬਾਦਸ਼ਾਹ ਨੇ ਫਿਰ ਕਹਿ ਦਿੱਤਾ ਸੀ, ਕਹਿੰਦੇ ਅਸੀਂ ਤੇ ਗੁਰੂ ਰਾਮਦਾਸ ਜੀ ਦੇ ਦਰ ਦਾ ਸਤਿਕਾਰ ਕਰਦੇ ਹਾਂ। ਸਾਡੇ ਝਗੜੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਨਿਬੇੜਨ ਵਾਲੇ ਨੇ। ਮੈਂ ਗੁਰੂ ਦੇ ਘਰ ਦਾ ਜਿਹੜਾ ਤੂੰ ਝਗੜਾ ਕਰਦਾ, ਇਹਦਾ ਕਿਵੇਂ ਨਿਬੇੜਾ ਕਰ ਸਕਦਾ। ਫਿਰ ਉਥੋਂ ਜਿਹੜਾ ਉਪਰਾਮ ਹੋ ਕਰਕੇ ਇਹ ਭਾਈ ਭਗਤੇ ਦੇ ਕੋਲ ਸੋਢੀਆਂ ਦਾ ਕੋਠਾ ਜਿਹੜਾ ਪਿੰਡ ਵਸਾ ਕੇ ਉੱਥੇ ਰਹਿਣ ਲੱਗ ਪਿਆ। ਜਦੋਂ ਇਥੋਂ ਦਿੱਲੀ ਦੇ ਵੱਲ ਨੂੰ ਇਹ ਪਿਰਥੀ ਚੰਦ ਤੁਰਿਆ ਤਾਂ ਗੁਰੂ ਦੇ ਪਿਆਰਿਆਂ ਸਿੱਖਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀ ਇਹ ਪਿਰਥੀ ਚੰਦ ਦੇਖੋ, ਕਦੇ ਪੰਚਾਂ ਦੇ ਕੋਲ ਜਾਂਦਾ ਹੈ, ਕਦੇ ਚੌਧਰੀਆਂ ਕੋਲ ਜਾਂਦਾ, ਇਹ ਦਿੱਲੀ ਤੱਕ ਇਹਨੇ ਪਹੁੰਚ ਕਰ ਲਈ ਹੈ ਤੇ ਆਪਾਂ ਨੂੰ ਵੀ ਕੁਝ ਯਤਨ ਕਰਨਾ ਚਾਹੀਦਾ। ਉਸ ਵੇਲੇ ਇਹ ਪਾਵਨ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ। ਕਹਿੰਦੇ ਇਹ ਜਿਹੜਾ ਪਿਰਥੀ ਚੰਦ ਹੈ ਇਹ ਪੰਚਾਂ ਦੇ ਕੋਲ ਗਿਆ ਹੈ, ਜਾ ਕਰਕੇ ਵੀ ਮੇਰੇ ਮਨ ਦੀ ਤਸੱਲੀ ਹੋ ਜਾਵੇ, ਗੁਰਤਾ ਗੱਦੀ ਦੀ ਬਖਸ਼ਿਸ਼ ਮੈਨੂੰ ਪ੍ਰਾਪਤ ਹੋ ਜਾਵੇ। ਉਹਦੇ ਮਨ ਦਾ ਜਿਹੜਾ ਸਹਿਸਾ ਕਹੀਏ ਸ਼ੰਕਾ ਬਣਿਆ ਹੋਇਆ ਸੀ ਉਹ ਨਹੀਂ ਚੁੱਕਿਆ ਗਿਆ। ਸਿਕਦਾਰੁ ਨਹਿ ਪਤਿਆਇਆ। ਫਿਰ ਇਲਾਕੇ ਦੇ ਸਕਦਾਰ ਜਿਹੜੇ ਸਰਦਾਰ ਮੰਨੇ ਨੇ, ਚੌਧਰੀ ਲੋਕ ਨੇ, ਉਹਨਾਂ ਕੋਲ ਵੀ ਗਿਆ ਤੇ ਉਹਨਾਂ ਕੋਲ ਵੀ ਜਾ ਕਰਕੇ ਇਹਦਾ ਮਨ ਨਹਿ ਪਤਿਆਇਆ, ਨਹੀਂ ਪਤੀਜਣਾ ਕੀਤਾ। ਉਮਰਾਵਹੁ ਆਗੈ ਚੇਰਾ। ਬਾਦਸ਼ਾਹ ਜਹਾਂਗੀਰ ਦੇ ਉਮਰਾਵ ਜਿਹੜੇ ਅਹਿਲਕਾਰ ਨੇ, ਵਜ਼ੀਰ ਮੰਤਰੀ ਸੰਤਰੀ ਸੁਲਹੀ ਤੇ ਸੁਲੱਭੀ ਵਰਗੇ, ਉਹਨਾਂ ਕੋਲ ਵੀ ਜਾ ਕੇ ਆਪਣਾ ਝੇਰਾ ਦਾ ਅਰਥ ਜਿਹੜਾ ਝਗੜਾ ਹੈ ਉਹ ਰੋਣਾ ਕੀਤਾ ਹੈ। ਮਿਲ ਰਾਜਨ ਰਾਮ ਨਬੇਰਾ। ਪਰੰਤੂ ਗੁਰੂ ਦੇ ਪਿਆਰੇ ਗੁਰਸਿੱਖੋ, ਜਦੋਂ ਇਹ ਜਾ ਕੇ ਰਾਜਨ ਦਾ ਅਰਥ ਜਹਾਂਗੀਰ ਬਾਦਸ਼ਾਹ ਨੂੰ ਮਿਲਣਾ ਕੀਤਾ ਤਾਂ ਉਹਦੀ ਜਿਹੜੀ ਜਵਾਨ ਸੀ ਜਹਾਂਗੀਰ ਦੀ, ਉਹਦੇ ਉੱਤੇ ਰਾਮ ਰਮੇ ਹੋਏ ਪਰਮਾਤਮਾ ਨੇ ਬੈਠ ਕੇ ਆਪ ਹੀ ਨਵੇੜਾ ਕਰ ਦਿੱਤਾ ਹੈ। ਉਹਨੇ ਕਹਿ ਦਿੱਤਾ ਕਿ ਗੁਰੂ ਰਾਮਦਾਸ ਜੀ ਦੇ ਦਰ ਦੇ ਅੰਦਰ ਮੈਂ ਦਖਲ ਅੰਦਾਜ਼ੀ ਨਹੀਂ ਕਰਾਂਗਾ, ਉਹ ਸਤਿਗੁਰੂ ਤੇ ਮੇਰੇ ਬਾਦਸ਼ਾਹ ਦੇ ਝਗੜੇ ਨਿਬੇੜਨ ਵਾਲੇ ਨੇ। ਇਹ ਪਾਵਨ ਜਿਹੜੀਆਂ 4 ਪੰਕਤੀਆਂ ਦਾ ਪਹਿਲਾ ਅਰਥ ਇਸ ਤਰ੍ਹਾਂ ਹੈ ਤੇ ਦੂਜਾ ਅਰਥ ਜਿਹੜਾ ਸਾਧ ਸੰਗਤ ਜੀ ਇਸ ਪ੍ਰਕਾਰ ਕੀਤਾ ਜਾਂਦਾ, ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ। ਗੁਰੂ ਦੇ ਸਿੱਖ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਪਏ ਨੇ, ਸਤਿਗੁਰੂ ਜੀ ਤੁਸੀਂ ਵੀ ਪੰਚਾਂ ਨੂੰ ਜਾ ਕੇ ਮਿਲੋ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਪੰਜ ਲੋਕ ਹਨ ਇਹਨਾਂ ਦੇ ਨਾਲ ਮਿਲਣ ਕਰਕੇ ਮਨ ਦਾ ਜਿਹੜਾ ਸਹਿਸਾ ਸ਼ੰਕਾ ਹੈ ਇਹ ਕਦੇ ਨਹੀਂ ਚੁੱਕਿਆ ਜਾ ਸਕਦਾ।
ਇਹਨਾਂ ਦੇ ਤੇ ਆਪਣੇ ਮਨ ਨਹੀਂ ਸ਼ਾਂਤ ਹੁੰਦੇ ਤੇ ਦੂਸਰੇ ਦੇ ਮਨ ਦੇ ਸ਼ੰਕਿਆਂ ਨੂੰ ਕਿਵੇਂ ਨਿਬੇੜ ਦੇਣਗੇ। ਇਹਨਾਂ ਪੰਚਾਂ ਦੇ ਕੋਲੋਂ ਵੀ ਕਦੇ ਪੂਰੀ ਨਹੀਂ ਪਿਆ ਕਰਦੀ ਹੈ। ਸਿਕਦਾਰ ਉਹ ਨਹਿ ਪਤੀ ਆਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਸਕਦਾਰ ਇਲਾਕੇ ਦੇ ਚੌਧਰੀ ਨੇ ਤੇ ਸਾਡਾ ਮਨ ਤੇ ਇਹਨਾਂ ਦੇ ਉੱਤੇ ਵੀ ਨਹੀਂ ਪਤੀਜਦਾ ਹੈ। ਉਮਰਾਵ ਉਹ ਆਗੈ ਝੇਰਾ, ਜਿਹੜੇ ਉਮਰਾਵ ਬਾਦਸ਼ਾਹ ਦੇ ਅਹਿਲਕਾਰ ਨੇ, ਵਜ਼ੀਰ ਮੰਤਰੀ ਹਨ, ਉਹ ਤੇ ਅੱਗੇ ਹੀ ਝੇਰਾ ਝਗੜਾ ਪਾਈ ਬੈਠੇ ਨੇ। ਉਹਨਾਂ ਦੇ ਝਗੜੇ ਆਪਣੇ ਨਹੀਂ ਨਿਬੜਦੇ ਹਨ ਤੇ ਗੁਰੂ ਨਾਨਕ ਦੇ ਦਰ ਦੇ ਝਗੜਿਆਂ ਨੂੰ ਉਹ ਕੀ ਖਤਮ ਕਰ ਦੇਣਗੇ। ਪਿਰਥੀ ਚੰਦ ਦਾ ਜਿਹੜਾ ਝਗੜਾ ਪਾਇਆ, ਇਹਨੂੰ ਜਿਹੜੇ ਉਮਰਾਵ ਅਹਿਲਕਾਰ ਵਜ਼ੀਰ ਮੰਤਰੀ ਵੀ ਖਤਮ ਨਹੀਂ ਕਰ ਸਕਦੇ। ਮਿਲ ਰਾਜਨ ਰਾਮ ਨਵੇਰਾ, ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤੇ ਭਾਈ ਜਿਹੜਾ ਰਾਜਿਆਂ ਦਾ ਰਾਜਾ ਰਾਮ ਰਮਿਆ ਹੋਇਆ ਪਰਮਾਤਮਾ ਵਾਹਿਗੁਰੂ, ਉਹਨੂੰ ਮਿਲਣਾ ਕੀਤੇ ਹਾਂ। ਉਸ ਪਰਮਾਤਮਾ ਦਾ ਸਵਰੂਪ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਪੂਰਨ ਸਤਿਗੁਰੂ ਸਾਨੂੰ ਮਿਲ ਗਏ ਨੇ ਤੇ ਸਾਰੇ ਝਗੜੇ ਮਨ ਦੇ ਨਵੇਰਾ ਨਵੇੜ ਦਿੱਤੇ ਨੇ। ਸੰਕਲਪ ਵਿਕਲਪ ਸਾਰੇ ਸਤਿਗੁਰੂ ਪਾਤਸ਼ਾਹ ਨੇ ਸਾਡੇ ਸ਼ਾਂਤ ਕਰ ਦਿੱਤੇ ਨੇ, ਮਨ ਬਿਲਕੁਲ ਇਕਾਗਰ ਕਰ ਦਿੱਤਾ ਹੈ। ਇਹ ਦੂਜਾ ਅਰਥ ਹੈ। ਅਰਥ ਤਾਂ ਇਸ ਪੰਕਤੀ ਦੇ 7 ਤਰ੍ਹਾਂ ਦੇ ਅਰਥ ਕੀਤੇ ਜਾਂਦੇ ਨੇ, ਸਮਾਂ ਬੜਾ ਸੀਮਤ ਹੋਣ ਕਰਕੇ ਇੰਨੇ ਹੀ ਪ੍ਰਵਾਨ ਕਰਿਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਲ ਰਾਜਨ ਰਾਮ ਨਵੇਰਾ, ਪਰਮਾਤਮਾ ਵਾਹਿਗੁਰੂ ਜੀ ਦੇ ਸਵਰੂਪ ਪਿਤਾ ਗੁਰੂ ਰਾਮਦਾਸ ਜੀ ਦੇ ਨਾਲ ਮਿਲ ਕਰਕੇ ਸਾਰਾ ਹੀ ਨਵੇੜਾ ਹੋ ਚੁੱਕਿਆ ਹੈ। ਅਬ ਢੂੰਡਨ ਕਤਹੁ ਨਾ ਜਾਈ। ਹੁਣ ਇਸ ਪ੍ਰਕਾਰ ਦੇ ਨਾਲ ਕਿਤੇ ਵੀ ਕਿਸੇ ਦੀ ਢੂੰਡ ਕਰਨ ਵਾਸਤੇ ਨਾ ਜਾਈ, ਨਹੀਂ ਜਾਣਾ ਕਰਦੇ ਹਾਂ। ਮਨ ਸ਼ਾਂਤ ਹੋ ਗਿਆ ਤੇ ਕਾਹਦੇ ਵਾਸਤੇ ਜਾਣਾ ਹੈ। ਜਿੰਨੀ ਦੇਰ ਮਨੁੱਖ ਦਾ ਮਨ ਸ਼ਾਂਤ ਨਹੀਂ ਹੈ, ਮਨ ਦੇ ਅੰਦਰ ਜਿਹੜੀ ਇਕਾਗਰਤਾ ਨਹੀਂ ਬਣੀ, ਓਨੀ ਦੇਰ ਬੰਦਾ ਬਹੁਤ ਤਰ੍ਹਾਂ ਦੀਆਂ ਪਹੁੰਚਾਂ ਕਰਦਾ। ਕਦੇ ਕਿਸੇ ਨੂੰ ਜਾ ਕੇ ਮਿਲਦਾ ਹੈ, ਕਦੇ ਕਿਸੇ ਕੋਲ ਜਾ ਕੇ ਪੈਰੀਂ ਡਿੱਗਦਾ, ਤੇ ਜਦੋਂ ਮਨ ਇਕਾਗਰ ਹੋ ਜਾਂਦਾ ਫਿਰ ਕਹਿੰਦਾ ਆਨੰਦ ਹੀ ਆਨੰਦ ਹੈ। ਅਬ ਢੂੰਡਨ ਕਤਹੁ ਨਾ ਜਾਈ। ਹੁਣ ਕਿਸੇ ਨੂੰ ਵੀ ਢੂੰਡਣ ਵਾਸਤੇ ਲੱਭਣ ਵਾਸਤੇ ਨਹੀਂ ਜਾਣਾ ਪੈਣਾ, ਕਿਉਂਕਿ ਪੂਰੇ ਗੁਰੂ ਮਿਲ ਗਏ ਹਨ। ਗੋਬਿੰਦ ਭੇਟੇ ਗੁਰ ਗੋਸਾਈ। ਮੇਰੇ ਸਤਿਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਗੋਸਾਈ ਉਹ ਸ੍ਰਿਸ਼ਟੀ ਦੇ ਮਾਲਕ ਨੇ, ਸਾਰੀ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਨੇ। ਗੋ ਬੇਦਾਂ ਕਰਕੇ ਬਿੰਦ ਜਾਣਨੇ ਯੋਗ ਪਰਮਾਤਮਾ ਦਾ ਸਵਰੂਪ ਹਨ। ਐਸੇ ਜਦੋਂ ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ, ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ। ਆਇਆ ਪ੍ਰਭ ਦਰਬਾਰਾ। ਜਿਸ ਵੇਲੇ ਅਸੀਂ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਦਰਬਾਰ ਦੇ ਅੰਦਰ ਆਏ ਹਾਂ। ਦਰਬਾਰ ਕੀ ਹੈ? ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੱਚਖੰਡ ਦਰਵਾਜ਼ਾ ਬਣਾਇਆ ਹੈ। ਗੁਰੂ ਦੀ ਸਾਧ ਸੰਗਤ ਰੂਪੀ ਜਿਹੜਾ ਐਸਾ ਦਰਵਾਜ਼ਾ, ਇਸ ਦਰਵਾਜ਼ੇ ਵਿੱਚ ਜਦੋਂ ਆ ਕੇ ਪੈ ਗਏ ਤਾਂ ਸਗਲੀ ਮਿਟੀ ਪੁਕਾਰਾ। ਤਾਂ ਸਾਰੇ ਤਰ੍ਹਾਂ ਦੀਆਂ ਪੁਕਾਰਾਂ ਜਿਹੜੀਆਂ ਕੋਈ ਬੰਦਾ ਫਰਿਆਦਾਂ ਕਰਦਾ ਫਿਰਦਾ, ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਇਹ ਸਾਰੀਆਂ ਹੀ ਸਾਡੀਆਂ ਮਿਟ ਗਈਆਂ, ਖਤਮ ਹੋ ਗਈਆਂ ਹਨ। ਲਬਦ ਆਪਣੀ ਪਾਈ। ਜਿਹੜੀ ਪਰਮਾਤਮਾ ਵਾਹਿਗੁਰੂ ਜੀ ਨੇ ਲਬਦ ਦਾ ਅਰਥ ਪਰਾ ਲਬਦ ਲਿਖੀ ਸੀ ਮਸਤਕ ਦੇ ਅੰਦਰ, ਉਹ ਆਪਣੀ ਜਿਹੜੀ ਪਰਾ ਲਬਦ ਪਾਈ ਪ੍ਰਾਪਤ ਕਰ ਲਈ ਹੈ। ਇਹ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਰਾ ਲਬਦ ਦੇ ਅਨੁਸਾਰ ਸਾਰੀਆਂ ਦਾਤਾਂ ਝੋਲੀ ਵਿੱਚ ਪਾ ਦਿੱਤੀਆਂ ਹਨ। ਕਤ ਆਵੈ ਕਤ ਜਾਈ। ਜਦੋਂ ਪਰਾ ਲਬਦ ਸਤਿਗੁਰੂ ਪਾਤਸ਼ਾਹ ਝੋਲੀ ਵਿੱਚ ਪਾ ਕੇ ਰੱਖ ਦਿੰਦੇ ਸੇਵਕ ਦੇ ਪਿਆਰੇ ਸਿੱਖ ਦੇ, ਤਾਂ ਗੁਰੂ ਦਾ ਸਿੱਖ ਫਿਰ ਕਤ ਆਵੈ ਕਤ ਜਾਈ। ਫਿਰ ਉਹ ਕਿੱਥੇ ਆਉਂਦਾ ਹੈ ਤੇ ਕਿੱਥੇ ਜਾਈ ਜਾਂਦਾ ਹੈ। ਆਉਣ ਜਾਣ ਦੇ ਵੱਲੋਂ ਬਿਲਕੁਲ ਹੀ ਟਿਕ ਜਾਂਦਾ, ਇਸਤਤ ਹੋ ਜਾਂਦਾ, ਮਨ ਸ਼ਾਂਤ ਹੋ ਗਿਆ। ਸਾਚ ਨਿਆਇ ਨਬੇਰਾ। ਉਥੇ ਸਤਿਗੁਰੂ ਪਾਤਸ਼ਾਹ ਦੇ ਦਰ ਦੇ ਅੰਦਰ, ਗੁਰੂ ਦੇ ਸਾਧ ਸੰਗਤ ਰੂਪੀ ਦਰਵਾਜ਼ੇ ਦੇ ਅੰਦਰ ਸਾਚ ਨਿਆਇ ਨਵੇਰਾ,
ਸੱਚਾ ਜਿਹੜਾ ਨਿਆਂ ਹੁੰਦਾ ਪਰਮਾਤਮਾ ਦੇ ਦਰ ਦੇ ਉੱਪਰ, ਪਰਮਾਤਮਾ ਦੇ ਦਰ ਤੇ ਨਵੇੜੇ ਵੀ ਸੱਚ ਦੇ ਹੁੰਦੇ ਨੇ। ਉਥੇ ਸੱਚੋ ਹੀ ਸੱਚ ਨਿਬੜੈ, ਚੁਣ ਬਖ ਕੱਢੇ ਜਜਮਾਲਿਆ। ਇਸ ਲਈ ਪਰਮਾਤਮਾ ਦੇ ਦਰ ਤੇ ਨਿਆਂ ਵੀ ਸੱਚਾ ਤੇ ਜਿਹੜੇ ਕਰਮਾਂ ਦੇ ਨਵੇੜੇ ਵੀ ਸੱਚੇ ਹੁੰਦੇ ਹਨ। ਊਹਾ ਸਮ ਠਾਕੁਰ ਸਮ ਚੇਰਾ। ਦੁਨੀਆ ਦੇ ਵਿੱਚ ਤਾਂ ਹੋ ਸਕਦਾ ਵੀ ਇੱਕ ਬੰਦਾ ਠਾਕੁਰ ਜਿਹੜਾ ਮਾਲਕ ਬਣਿਆ ਹੋਇਆ, ਬਾਦਸ਼ਾਹ ਬਣ ਗਿਆ, ਤੇ ਦੂਜਾ ਬੰਦਾ ਜਿਹੜਾ ਉਹ ਚੇਲਾ ਇੱਕ ਸੇਵਕ ਮਰੀਦ ਬਣ ਗਿਆ। ਇਹ ਦੁਨੀਆਦਾਰੀ ਦੇ ਵਿੱਚ ਇੱਕ ਵੱਡਾ ਹੈ, ਇੱਕ ਛੋਟਾ ਹੈ। ਪਰਮਾਤਮਾ ਦੇ ਦਰ ਦੇ ਉੱਪਰ ਤਾਂ ਊਹਾ ਸਮ ਠਾਕੁਰ ਸਮ ਚੇਰਾ, ਉਥੇ ਬਰਾਬਰ ਹੀ ਰਾਜਾ ਹੈ ਤੇ ਬਰਾਬਰ ਹੀ ਜਿਹੜਾ ਚੇਲਾ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਪਰਮਾਤਮਾ ਵਾਹਿਗੁਰੂ ਨਹੀਂ ਵੇਖਦਾ ਵੀ ਇਹ ਦੁਨੀਆ ਦੀ ਬਾਦਸ਼ਾਹੀ ਕਰਕੇ ਆਇਆ, ਇਹ ਭਿਖਾਰੀ ਆਇਆ ਹੈ ਮਾਤ ਲੋਕ ਦੇ ਵਿੱਚੋਂ। ਉਥੇ ਤੇ ਦੋਹਾਂ ਨੂੰ ਇੱਕ ਸਮਾਨ ਹੀ ਤੱਕਿਆ ਜਾਂਦਾ, ਕਿਉਂਕਿ ਜੋਤ ਤਾਂ ਦੋਹਾਂ ਦੇ ਅੰਦਰ ਇੱਕੋ ਹੀ ਪਰਮਾਤਮਾ ਦੀ ਵਰਤ ਰਹੀ ਹੈ। ਪਰਮੇਸ਼ਰ ਦੇ ਦਰ ਦੇ ਉੱਪਰ ਕੋਈ ਠਾਕੁਰ ਵੱਡਾ ਨਹੀਂ ਹੈ ਤੇ ਚੇਰਾ ਦਾ ਅਰਥ ਕੋਈ ਛੋਟਾ ਨਹੀਂ ਹੈ। ਅੰਤਰ ਜਾਮੀ ਜਾਣੈ। ਜਿਹੜਾ ਅੰਦਰਲੀਆਂ ਜਾਮੀ ਜਾਣਨ ਵਾਲਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਉਹ ਸਾਰਿਆਂ ਦੇ ਘਟਾਂ ਦੀਆਂ ਦਿਲਾਂ ਦੀਆਂ ਜਾਣਦਾ ਹੈ। ਬਿਨ ਬੋਲਤ ਆਪ ਪਛਾਨੈ। ਬੰਦੇ ਦੇ ਅੱਗੇ ਤਾਂ ਕੁਝ ਬੋਲ ਕਰਕੇ ਮਨ ਦੀ ਭਾਵਨਾ ਕਹਿਣੀ ਪੈਂਦੀ, ਦੁਨੀਆ ਦੇ ਬਾਦਸ਼ਾਹਾਂ ਦੀ ਅੱਗੇ ਲੇਲੜੀਆਂ ਕੱਢਣੀਆਂ ਪੈਂਦੀਆਂ, ਮਿੰਨਤਾਂ ਤਰਲੇ ਕਰਕੇ ਲੋਕ ਫਿਰ ਆਪਣਾ ਦੁੱਖ ਰੋ ਕੇ ਦੱਸਦੇ ਨੇ। ਪਰਮਾਤਮਾ ਵਾਹਿਗੁਰੂ ਜੀ ਜਿਹੜਾ ਹੈ ਉਹ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਬਿਨ ਬੋਲਤ ਆਪ ਪਛਾਨੈ। ਬਿਨਾਂ ਬੋਲਣ ਤੋਂ ਹੀ ਆਪਣੇ ਆਪ ਹੀ ਅੰਦਰਲੀ ਭਾਵਨਾ ਨੂੰ ਪਛਾਣਦਾ ਹੈ। ਸ਼ਬਦ ਵੀ ਉਹਦੀ ਕਿਰਪਾ ਨਾਲ ਹੀ ਬਣ ਕੇ ਜ਼ਬਾਨ ਵਿੱਚੋਂ ਨਿਕਲਦੇ ਨੇ। ਜਿੰਨੀ ਦੇਰ ਸ਼ਬਦ ਨਹੀਂ ਬਣਿਆ, ਅੰਦਰ ਫੁਰਨਾ ਹੀ ਹੈ ਤੇ ਫੁਰਨਾ ਵੀ ਉਹਦਾ ਬਣਾਇਆ ਹੈ। ਇਸ ਲਈ ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਪਰਮਾਤਮਾ ਵਾਹਿਗੁਰੂ ਤਾਂ ਦਿਲਾਂ ਦੀਆਂ ਜਾਣਦਾ ਹੈ, ਬਿਨਾਂ ਬੋਲਿਆਂ ਤੋਂ ਸਭਨਾਂ ਦੇ ਦਿਲ ਦੀ ਭਾਵਨਾ ਨੂੰ ਪਛਾਣ ਲੈਂਦਾ। ਸਰਬ ਥਾਨ ਕੋ ਰਾਜਾ। ਜਿੰਨੇ ਵੀ ਸਰਬ ਸਾਰੇ ਥਾਨ ਕਈਏ ਟਿਕਾਣੇ ਹਨ, ਉਹਨਾਂ ਦਾ ਰਾਜਾ ਹੈ ਪਰਮਾਤਮਾ ਵਾਹਿਗੁਰੂ। ਜਿਹੜਾ ਪਤਾਲ ਲੋਕ ਹੈ ਹੇਠਾਂ, ਜਿਸ ਵਿੱਚ ਨਾਗਾਂ ਦਾ ਵਾਸਾ ਹੈ, ਉਹਦਾ ਵੀ ਰਾਜਾ ਪਰਮਾਤਮਾ। ਪਤਾਲ ਦੇ ਜੀਵ ਵੀ ਉਹਦੇ ਹੁਕਮ ਦੇ ਵਿੱਚ ਨੇ। ਜਿਹੜਾ ਇਹ ਮਾਤ ਲੋਕ ਹੈ ਸਾਡਾ, ਜਿੱਥੇ ਅਸੀਂ ਵਿਚਰਦੇ ਧਰਤੀ ਤੇ, ਇਹਦਾ ਵੀ ਰਾਜਾ ਪਰਮਾਤਮਾ। ਇਹ ਵੀ ਅਸੀਂ ਜੀਵ ਉਹਦੇ ਹੁਕਮ ਦੇ ਵਿੱਚ ਹਾਂ। ਜਿਹੜਾ ਦੇਵ ਲੋਕ ਦੇਵਤਿਆਂ ਦੀਆਂ ਪੁਰੀਆਂ ਮੰਨੀਆਂ ਨੇ, ਤੇ ਇਹਨਾਂ ਦੇ ਉੱਪਰ ਵੀ ਹੁਕਮ ਪਰਮਾਤਮਾ ਦਾ ਚੱਲਦਾ ਹੈ। ਸਾਰੀਆਂ ਜਿੰਨੀਆਂ ਪੁਰੀਆਂ ਨੇ, ਜਿੰਨੇ ਸਥਾਨ ਨੇ, ਸਾਰਿਆਂ ਦੇ ਉੱਤੇ ਹੁਕਮ ਕਰਨ ਵਾਲਾ ਰਾਜਾ ਪਰਮਾਤਮਾ ਹੈ। ਅਨਹਦ ਸ਼ਬਦ ਅਗਾਜਾ। ਉਸ ਪਰਮਾਤਮਾ ਦੇ ਦਰ ਸਾਧ ਸੰਗਤ ਰੂਪੀ ਐਸੇ ਘਰ ਦੇ ਅੰਦਰ ਸ਼ਬਦ ਦਾ ਹੱਦ ਤੋਂ ਰਹਿਤ ਜਿਹੜਾ ਸਾਧ ਸੰਗਤ ਜੀ ਬਾਜਾ ਵੱਜਦਾ ਹੈ। ਸ਼ਬਦ ਐਸਾ ਇਸ ਪ੍ਰਕਾਰ ਦੇ ਨਾਲ, ਜਿਵੇਂ ਜੋਗੀਆਂ ਨੇ ਵਾਜੇ ਵੱਖਰੇ ਮੰਨੇ ਨੇ। ਤਤ ਤਾਂਤੀ ਬਿਤ ਚਰਮ ਕਾ, ਘਨ ਕਾਸ਼ੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿਤ, ਸਵਾਦ ਸੁਖਰ ਪਹਿਚਾਨ। ਇਹ ਤਾਂ ਜੋਗੀਆਂ ਨੇ ਬਾਜੇ ਮੰਨੇ ਨੇ। ਕੋਈ ਕਿਸੇ ਤਰ੍ਹਾਂ ਦੇ ਬਾਜੇ ਮੰਨਦਾ ਤੇ ਕੋਈ ਕਿਸੇ ਤਰ੍ਹਾਂ ਦੇ ਬਾਜੇ ਮੰਨੀ ਜਾਂਦੇ ਨੇ। ਪਰੰਤੂ ਗੁਰੂ ਦੀ ਸਾਧ ਸੰਗਤ ਦੇ ਅੰਦਰ ਜਦੋਂ ਗੁਰੂ ਦਾ ਸਿੱਖ ਕਿਤੇ ਅਨਾਹਦ ਵਾਜਿਆਂ ਨੂੰ ਸੁਣਨਾ ਚਾਹੁੰਦਾ, ਤੇ ਜਦੋਂ ਚਿੱਤ ਦੀ ਵਿਰਤੀ ਇਕਾਗਰ ਹੋ ਜਾਂਦੀ ਤੇ ਅੰਦਰ ਸਤਿਨਾਮ ਤੇ ਵਾਹਿਗੁਰੂ ਦੇ ਨਾਮ ਦਾ ਐਸਾ ਵਾਜਾ ਸੁਣਾਈ ਦਿੰਦਾ ਹੈ। ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਹੱਦ ਤੋਂ ਰਹਿਤ ਉਹ ਗੱਜਦਾ ਹੈ ਸਿੱਖ ਦੇ ਹਿਰਦੇ ਅੰਦਰ। ਤਿਸ ਪਹਿ ਕਿਆ ਚਤੁਰਾਈ। ਅਕਾਲ ਪੁਰਖ ਪਰਮਾਤਮਾ ਦੇ ਪਾਸ ਕਿਆ ਚਤੁਰਾਈ, ਕਿਹੜੀਆਂ ਤੇਰੀਆਂ ਚਲਾਕੀਆਂ ਤੇ ਚੁਸਤੀਆਂ ਕੀਤੀਆਂ ਚੱਲ ਸਕਦੀਆਂ ਨੇ। ਪਰਮਾਤਮਾ ਦੇ ਨਾਲ ਕੋਈ ਵੀ ਸਾਧ ਸੰਗਤ ਦੀ ਚਲਾਕੀ ਜਾਂ ਚੁਸਤੀ ਨਹੀਂ ਚੱਲਦੀ ਹੈ। ਲੋਕਾਂ ਨਾਲ ਹੋ ਸਕਦੀਆਂ ਨੇ
ਤੇ ਪ੍ਰਮਾਤਮਾ ਦੇ ਦਰ ਦੇ ਉੱਤੇ ਇਹ ਨਹੀਂ ਚੱਲਦੀਆਂ। ਮਿਲ ਨਾਨਕ ਆਪ ਗਵਾਈ। ਫਿਰ ਗੁਰੂ ਦਾ ਪਿਆਰਾ ਗੁਰਸਿੱਖ ਕਰਨਾ ਕੀ ਕਰੇ? ਮਿਲ ਨਾਨਕ ਆਪ ਗਵਾਈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸ਼ਬਦ ਉਪਦੇਸ਼ ਦੇ ਨਾਲ ਮਿਲ ਜੁੜ ਜਾਣਾ ਕਰੇ ਤੇ ਆਪਣਾ ਆਪਾ ਭਾਵ ਗਵਾ ਦੇਵੇ। ਤੇ ਜਦੋਂ ਆਪਾ ਭਾਵ ਗਵਾ ਜਾਂਦਾ ਹੈ ਤੇ ਫਿਰ ਉਸ ਵੇਲੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿਵੇਂ ਭਗਤ ਰਵਿਦਾਸ ਜੀ ਦੀ ਅਵਸਥਾ ਬਣ ਗਈ, ਗੁਰਸਿੱਖਾਂ ਨੂੰ ਐਸੀ ਅਵਸਥਾ ਪਰਮਾਤਮਾ ਬਣਾ ਦਿੰਦਾ। ਜਦੋਂ ਆਪਾ ਭਾਵ ਹੰਕਾਰ ਮਿਟ ਗਿਆ ਤੇ ਜਿੱਧਰ ਵੀ ਦੇਖਦਾ ਪਰਮਾਤਮਾ ਦਾ ਰੂਪ ਹੀ ਦਿਸਣ ਲੱਗ ਜਾਂਦਾ ਹੈ। ਇਹ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਆਓ ਹੁਣ ਜੋ ਲੜੀਵਾਰ ਕਥਾ ਰਾਮ ਕਲੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ਬਦ ਚੱਲ ਰਹੇ ਨੇ, ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ ਜੀ। ਸ਼ਬਦ ਮਰੈ ਮਨ ਨਿਰਮਲ ਸੰਤੋ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਸਰੇ ਗੁਰਦੇਵ, ਉਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋਗੀਆਂ ਦੀ ਮੰਡਲੀ ਪਹੁੰਚੀ ਸੀ। ਇਹਨਾਂ ਜੋਗੀਆਂ ਨੇ ਆ ਕੇ ਬੇਨਤੀ ਕੀਤੀ ਸੀ, ਸਤਿਗੁਰੂ ਪਾਤਸ਼ਾਹ, ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਨਾਲ ਲੋਕ ਪੂਜਾ ਕਰਦੇ ਪਰਮਾਤਮਾ ਦੀ। ਕੋਈ ਤੇ ਮਾਨਸੀ ਪੂਜਾ ਵਿੱਚ ਲੱਗੇ ਨੇ, ਮਨੁੱਖ ਦੀ ਪੂਜਾ ਕਰਦੇ ਹਨ। ਕੋਈ ਚੰਦਰਮਾ ਦੀ ਪੂਜਾ ਕਰੀ ਜਾਂਦੇ ਵੀ ਇਹਦੇ ਨਾਲ ਹੀ ਪਰਮਾਤਮਾ ਮਿਲ ਜਾਵੇਗਾ। ਕੋਈ ਸੂਰਜ ਨੂੰ ਪਾਣੀ ਦੇਣ ਤੇ ਲੱਗੇ ਨੇ। ਕੋਈ ਮੂਰਤੀਆਂ ਦੇ ਦੁਆਲੇ ਥਾਲ ਘੁਮਾ ਕੇ ਮੂਰਤੀ ਦੀ ਆਰਤੀ ਉਚਾਰ ਕੇ ਪੂਜਾ ਕਰਦੇ ਨੇ। ਬੇਅੰਤ ਤਰ੍ਹਾਂ ਦੀਆਂ ਪੂਜਾ ਦੁਨੀਆ ਵਿੱਚ ਚੱਲਦੀਆਂ ਨੇ। ਮਹਾਰਾਜ ਅਸਲ ਦੇ ਵਿੱਚ ਦੱਸੋ, ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਕਿਹੜੀ ਪੂਜਾ ਪਰਮਾਤਮਾ ਦੇ ਦਰ ਦੇ ਉੱਤੇ ਸਫਲੀ ਹੁੰਦੀ ਹੈ? ਤਾਂ ਉਸ ਵੇਲੇ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਸ਼ਬਦ ਦੀਆਂ ਜਿਹੜੀਆਂ 4 ਸਾਧ ਸੰਗਤ ਜੀ ਪੰਕਤੀਆਂ ਹਨ, ਇਹਨਾਂ ਦੇ ਅਰਥ ਕੱਲ੍ਹ ਦੀ ਕਥਾ ਤੱਕ ਹੋ ਚੁੱਕੇ ਨੇ। ਪੰਜਵਾਂ ਜਿਹੜਾ ਬੰਦ ਹਿੱਸਾ ਹੈ ਸ਼ਬਦ ਦਾ, ਉਹ ਸਤਿਗੁਰੂ ਪਾਤਸ਼ਾਹ ਕਹਿੰਦੇ, ਸ਼ਬਦ ਮਰੈ ਮਨ ਨਿਰਮਲ ਸੰਤ ਹੋ। ਹੇ ਸੰਤ ਹੋ, ਜੋਗੀ ਜਨੋ, ਗੁਰੂ ਦੇ ਪਿਆਰੇ ਸਿਮਰਨ ਕਰਨ ਵਾਲੇ ਗੁਰਸਿੱਖੋ, ਸ਼ਾਂਤ ਆਤਮਾ, ਜਦੋਂ ਕੋਈ ਗੁਰੂ ਦਾ ਪਿਆਰਾ ਸ਼ਬਦ ਦੀ ਕਮਾਈ ਕਰਦਾ ਹੈ, ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਆਪਾ ਭਾਵ ਅੰਦਰੋਂ ਮਰ ਜਾਂਦਾ, ਹੰਕਾਰ ਜੀ ਦਾ ਮਰ ਗਿਆ, ਮਨ ਨਿਰਮਲ, ਫਿਰ ਉਹਦਾ ਮਨ ਨਿਰਮਲ ਉਜਲਾ ਹੋ ਜਾਂਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਕਿਉਂਕਿ ਜਿਹੜਾ ਮਨ ਹੈ, ਇਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ। ਇਹ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸੰਕਲਪ ਵਿਕਲਪ ਜਦੋਂ ਇਹਦੇ ਮਨ ਦੇ ਮਰ ਜਾਂਦੇ, ਉਜਲਾ ਹੋ ਜਾਂਦਾ ਹੈ। ਇਹ ਪੂਜਾ ਥਾਏ ਪਾਈ। ਅਸਲ ਦੇ ਵਿੱਚ ਤਾਂ ਇਹੀ ਭਾਈ ਅਸਲੀ ਪੂਜਾ ਹੈ ਪਰਮਾਤਮਾ ਦੀ, ਜਿਹੜਾ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਉਜਲਾ ਕਰ ਲੈਣਾ। ਫਿਰ ਇਸ ਤਰ੍ਹਾਂ ਉਜਲੇ ਮਨ ਦੇ ਨਾਲ ਕੀਤੀ ਹੋਈ ਜਿਹੜੀ ਪੂਜਾ ਪਰਮਾਤਮਾ ਦੀ, ਨਾਮ ਜਪਣਾ, ਭਗਤੀ ਕਰਨੀ, ਸੇਵਾ ਕਰਨੀ, ਸਿਮਰਨ ਕਰਨਾ, ਇਹ ਪਰਮਾਤਮਾ ਥਾਏ ਪਾਉਂਦਾ ਹੈ, ਲੇਖੇ ਵਿੱਚ ਪੈਂਦੀ ਹੈ, ਸਫਲੀ ਹੋ ਜਾਂਦੀ ਹੈ। ਪਵਿੱਤ ਪਾਵਨ ਸੇ ਜਨ ਸਾਚੇ। ਉਹ ਗੁਰੂ ਦੇ ਪਿਆਰੇ ਮਨ ਕਰਕੇ ਸਾਚੇ ਸੱਚੇ ਨੇ, ਤੇ ਬਾਣੀ ਕਰਕੇ ਪਵਿੱਤਰ ਹਨ, ਸਰੀਰ ਕਰਕੇ ਪਾਵਨ ਕਹੇ ਜਾਂਦੇ, ਨਿਰਮਲ ਹਨ। ਏਕ ਸ਼ਬਦ ਲਿਵ ਲਾਈ। ਜਿਨ੍ਹਾਂ ਨੇ ਇੱਕ ਸ਼ਬਦ ਗੁਰੂ ਦੇ ਉਪਦੇਸ਼ ਅੰਦਰ ਲਿਵ ਆਪਣੀ ਸੁਰਤ ਲਾਉਣਾ ਕੀਤੀ, ਜਾਂ ਸ਼ਬਦ ਦਾ ਅਰਥ ਜਿਹੜਾ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਹੈ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰਕੇ ਉਪਦੇਸ਼ ਕਮਾ ਕੇ ਸ਼ਬਦ ਬ੍ਰਹਮ ਦੇ ਵਿੱਚ ਆਪਣੀ ਲਿਵ ਸੁਰਤ ਨੂੰ ਜੋੜ ਲਿਆ। ਬਿਨ ਨਾਵੈ ਹੋਰ ਪੂਜ ਨਾ ਹੋਵੀ। ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕੀਤੇ ਤੋਂ ਬਿਨਾ, ਨਾਮ ਦੀ ਕਮਾਈ ਕੀਤੇ ਤੋਂ ਬਿਨਾ ਹੋਰ ਕੋਈ ਵੀ ਪੂਜਾ ਨਹੀਂ ਹੁੰਦੀ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ। ਭਰਮ ਭੁੱਲੀ ਲੋਕਾਈ। ਇਹ ਜਿਹੜੀ ਲੁਕਾਈ ਦੁਨੀਆ ਹੈ, ਲੋਕ ਹਨ, ਇਹ 5 ਤਰ੍ਹਾਂ ਦੇ ਭਰਮ ਦੇ ਵਿੱਚ ਹੀ ਭੁੱਲੇ ਪਏ ਨੇ।
ਭੇਦ ਭਰਮ ਕਰਤਤ ਭਰਮ ਪੁਨ ਭਰਮ ਸੰਗ ਵਿਕਾਰ ਬ੍ਰਹਮ ਇਤਰ ਜਗ ਜਾਨੀਐ ਪੰਚੋ ਭਰਮ ਸੰਸਾਰ। ਪੰਜ ਤਰ੍ਹਾਂ ਦੇ ਭੁਲੇਖੇ ਵਿੱਚ ਸਾਰੀ ਦੁਨੀਆ ਭੁੱਲੀ ਪਈ ਹੈ। ਗੁਰਮੁਖ ਆਪ ਪਛਾਣੈ ਸੰਤੋ। ਹੇ ਸ਼ਾਂਤ ਆਤਮਾ, ਗੁਰੂ ਦੇ ਪਿਆਰੇ ਗੁਰਸਿੱਖੋ, ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਗੁਰਮੁਖ ਨੇ, ਉਹ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣ ਕੇ ਉਹਦੀ ਕਮਾਈ ਕਰਦੇ ਨੇ। ਫਿਰ ਆਪਣੇ ਆਪੇ ਦੀ ਪਛਾਣ ਕਰ ਲੈਂਦੇ ਕਿ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਤਮਾ ਸਰੂਪ ਨੂੰ ਪਛਾਣ ਲੈਂਦੇ ਹਨ। ਰਾਮ ਨਾਮ ਲਿਵ ਲਾਈ। ਕਿਉਂਕਿ ਉਹਨਾਂ ਨੇ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਲਿਵ ਸੁਰਤ ਨੂੰ ਜੋੜ ਲਿਆ, ਲਾ ਲਿਆ ਹੈ। ਆਪੇ ਨਿਰਮਲ ਪੂਜ ਕਰਾਏ। ਆਪ ਹੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨਿਰਮਲ ਮੈਲ ਤੋਂ ਰਹਿਤ ਹੈ ਤੇ ਗੁਰੂ ਦੇ ਸਿੱਖਾਂ ਦੇ ਉੱਤੇ ਭਾਵਨਾ ਵਾਲੇ, ਸ਼ਰਧਾ ਵਾਲਿਆਂ ਦੇ ਸਿਰ ਤੇ ਹੱਥ ਰੱਖ ਕਰਕੇ ਨਿਰਮਲ ਪੂਜਾ ਕਰਾਉਂਦਾ ਹੈ। ਨਿਰਮਲ ਪੂਜਾ ਕਿਹੜੀ? ਪਰਮਾਤਮਾ ਦੀ ਭਗਤੀ ਦੀ। ਆਪ ਹੀ ਇਸ ਤਰ੍ਹਾਂ ਭਗਤੀ ਰੂਪੀ ਪੂਜਾ ਕਰਾਉਂਦਾ ਪਰਮਾਤਮਾ। ਆਪ ਹੀ ਇਸ ਪ੍ਰਕਾਰ ਪਰਮਾਤਮਾ ਵਾਹਿਗੁਰੂ ਜਿਹੜੀ ਆਪਣੀ ਸੇਵਾ ਰੂਪੀ ਪੂਜਾ ਉਹ ਆਪ ਹੀ ਕਰਵਾਉਂਦਾ ਹੈ। ਪਰਮੇਸ਼ਰ ਪਰਮਾਤਮਾ ਨਿਰਮਲ ਉਜਲੀ ਭਗਤੀ ਦੀ ਪੂਜਾ ਆਪ ਹੀ ਕਰਵਾ ਰਿਹਾ। ਗੁਰ ਸ਼ਬਦੀ ਥਾਏ ਪਾਈ। ਜਿਹੜੇ ਗੁਰੂ ਦੇ ਸ਼ਬਦ ਦੀ ਫਿਰ ਕਮਾਈ ਕਰਦੇ ਨੇ ਗੁਰੂ ਵਾਲੇ ਬਣ ਕਰਕੇ, ਉਹ ਥਾਂ ਦਾ ਅਰਥ ਜਿਹੜਾ ਸਾਡਾ ਆਤਮਿਕ ਸਰੂਪ ਰੂਪੀ ਥਾਂ ਹੈ, ਉਸ ਦੀ ਪਾਈ ਪ੍ਰਾਪਤੀ ਕਰ ਲੈਂਦੇ ਹਨ। ਅੰਤਰਮੁਖੀ ਬਿਰਤੀ ਕਰਕੇ ਆਤਮਾ ਸਰੂਪ ਦੇ ਵਿੱਚ ਟਿਕ ਜਾਂਦੇ ਹਨ। ਪੂਜਾ ਕਰਹਿ ਪਰ ਬਿਦ ਨਹੀਂ ਜਾਣਹਿ। ਅਸੀਂ ਜਿਤਨੇ ਜੀਵ ਹਾਂ ਗੁਰੂ ਤੋਂ ਪਰੇ ਜਾ ਕਰਕੇ ਬਹੁਤ ਤਰ੍ਹਾਂ ਦੀ ਪੂਜਾ ਤਾਂ ਕਰਦੇ ਹਾਂ। ਕੋਈ ਸੂਰਜ ਨੂੰ ਪਾਣੀ ਦਿੰਦਾ ਪਿਆ ਹੈ, ਕੋਈ ਚੰਦਰੈਣੀ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਦੇ ਨੇ, ਕੋਈ ਕਿਸ ਤਰ੍ਹਾਂ ਦੇ ਨਾਲ, ਕੋਈ ਕਿਸੇ ਤਰ੍ਹਾਂ ਨਾਲ ਪੂਜਾ ਕਰੀ ਜਾਂਦੇ ਨੇ। ਪਰ ਬਿਧ ਨਹੀਂ ਜਾਣੈ, ਇਹ ਜਿਹੜੀ ਭਗਤੀ ਕਰਨ ਦੀ ਅਸਲੀ ਪੂਜਾ ਹੈ, ਇਸ ਦੀ ਵਿਧੀ ਨਹੀਂ ਜਾਣਦੇ ਹਨ। ਜਾਂ ਪਰਮਾਤਮਾ ਦੀ ਕਹੀਏ ਪ੍ਰਾਪਤੀ ਦੀ ਜਿਹੜੀ ਵਿਧੀ ਮਰਜ਼ਾਦਾ ਹੈ ਉਹ ਨਹੀਂ ਜਾਣਦੇ। ਇਹਦਾ ਕਾਰਨ ਕੀ? ਗੁਰੂ ਵਾਲੇ ਨਹੀਂ ਬਣੇ। ਜਦੋਂ ਗੁਰੂ ਵਾਲਾ ਗੁਰਸਿੱਖ ਬਣ ਜਾਂਦਾ ਤੇ ਫਿਰ ਪੰਜ ਪਿਆਰੇ ਦੱਸਦੇ ਨੇ ਭਾਈ ਅਸਲੀ ਪੂਜਾ ਕੀ ਹੈ। ਮੂਲ ਮੰਤਰ ਦੇਣਗੇ, ਗੁਰ ਮੰਤਰ ਦੇਣਗੇ, ਉਹ ਜਿਹੜਾ ਅਭਿਆਸ ਕਰਨਾ ਸ਼ਬਦ ਦਾ, ਉਹਦੇ ਸਦਕਾ ਫਿਰ ਜਿਹੜੀ ਮਰਜ਼ੀ ਪੂਜਾ ਕਰੀ ਚੱਲੇ। ਬਾਕੀ ਤਰ੍ਹਾਂ ਤਰ੍ਹਾਂ ਦੀਆਂ ਕੀਤੀਆਂ ਹੋਈਆਂ ਪੂਜਾ ਸਿਫਰਾਂ ਵਰਗੀਆਂ ਨੇ। ਪਰਮਾਤਮਾ ਦਾ ਨਾਮ, ਪਰਮੇਸ਼ਰ ਦੀ ਭਗਤੀ ਏਕੇ ਅੰਕ ਵਰਗੀ ਹੈ। ਜਦੋਂ ਏਕਾ ਅੰਕ ਅੱਗੇ ਲੱਗ ਜਾਵੇ, ਸਿਮਰਨ ਹੋਵੇ, ਜ਼ਿੰਦਗੀ ਵਿੱਚ ਭਗਤੀ ਹੋਵੇਗੀ, ਫਿਰ ਜਿੰਨੀਆਂ ਮਰਜ਼ੀ ਪੂਜਾ ਕਰੀ ਚੱਲਿਓ 10 ਗੁਣਾ ਵਧੀ ਜਾਣੀਆਂ। ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਐਸਾ ਸਰੂਪ ਹੈ, ਉਹਨੂੰ ਪ੍ਰਾਪਤ ਕਰਨ ਦੀ ਵਿਧੀ ਨਹੀਂ ਜਾਣਦਾ। ਦੂਜੈ ਭਾਏ ਮਲ ਲਾਈ। ਇੱਕ ਗੁਰੂ ਦਾ ਨਾਮ ਛੱਡ ਕੇ ਗੁਰੂ ਦੇ ਉਪਦੇਸ਼ ਨੂੰ ਤਿਆਗ ਕਰਕੇ ਦੂਜੇ ਭਾਏ ਦਵੈਤ ਭਾਵਨਾ ਵਿੱਚ ਲੱਗਿਆ ਹੈ। ਫਿਰ ਪਾਪਾਂ ਦੀ ਮੈਲ, ਵਿਸ਼ਿਆਂ ਦੀ ਮੈਲ ਤੇ ਵਿਕਾਰਾਂ ਦੀ ਮੈਲ ਆਪਣੇ ਜੀਵਨ ਨੂੰ ਲਾ ਲਈ ਹੈ। ਗੁਰਮੁਖ ਹੋਵੈ ਸੋ ਪੂਜਾ ਜਾਣੈ। ਜਿਹੜਾ ਮੁਖੀ ਗੁਰਾਂ ਦਾ ਗੁਰਮੁਖ ਪਿਆਰਾ ਗੁਰਸਿੱਖ ਬਣ ਜਾਂਦਾ ਹੈ, ਉਹ ਫਿਰ ਪਰਮਾਤਮਾ ਦੀ ਅਸਲੀ ਪੂਜਾ ਭਗਤੀ ਕਰਨੀ ਜਾਣਦਾ ਹੈ। ਭਾਣਾ ਮਨ ਵਸਾਈ। ਗੁਰੂ ਸਾਹਿਬ ਦੇ ਭਾਣੇ ਨੂੰ, ਗੁਰੂ ਦੇ ਐਸੇ ਹੁਕਮ ਨੂੰ ਆਪਣੇ ਮਨ ਦੇ ਵਿੱਚ ਸਦੀਵ ਕਾਲ ਵਾਸਤੇ ਵਸਾ ਲੈਂਦਾ। ਭਾਣੇ ਤੇ ਸਭ ਸੁਖ ਪਾਵੈ ਸੰਤੋ। ਇਹ ਸੰਤ ਗੁਰੂ ਦੇ ਪਿਆਰੇ ਗੁਰਸਿੱਖੋ, ਪਰਮਾਤਮਾ ਦਾ ਭਾਣਾ ਮੰਨਣ ਕਰਕੇ ਹੀ ਸਭ ਸੁਖ ਪਾਵੈ। ਸਾਰੇ ਸੁਖ ਪਾਈਦੇ ਨੇ। ਜਦੋਂ ਭਾਣੇ ਤੋਂ ਉਲਟ ਚੱਲਦਾ, ਮਨ ਦੀ ਮਰਜ਼ੀ ਕਰਦਾ ਬੰਦਾ, ਪਰਮਾਤਮਾ ਦੇ ਭਾਣੇ ਦੇ ਪ੍ਰਤੀਕੂਲ ਤੁਰਦਾ ਹੈ, ਫਿਰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਫਿਰ ਦੁੱਖਾਂ ਦੇ ਪਹਾੜ ਡਿੱਗ ਪੈਂਦੇ। ਅੱਜ ਦੁਨੀਆ ਕਿਉਂ ਦੁਖੀ ਹੈ? ਪਰਮਾਤਮਾ ਦੇ ਭਾਣੇ ਵਿੱਚ ਰਾਜੀ ਨਹੀਂ ਹੈ। ਦੁੱਖ ਦਿੰਦਾ ਭਾਣਾ ਹੈ, ਸੁੱਖ ਮਿਲਦਾ ਭਾਣਾ ਹੈ, ਰੋਟੀ ਮਿਲਦੀ ਭਾਣਾ ਹੈ, ਭੁੱਖੇ ਰਾਤ ਕੱਟਦਾ ਭਾਣਾ ਹੈ। ਜਿਹੜੇ ਗੁਰਸਿੱਖ ਭਾਣਾ ਮੰਨ ਲੈਂਦੇ ਨੇ, ਭਾਣੇ ਤੇ ਸਭ ਸੁਖ ਪਾਵੈ ਸੰਤ ਹੋ। ਗੁਰੂ ਦੇ ਪਿਆਰੇ ਗੁਰਸਿੱਖੋ, ਪਰਮਾਤਮਾ ਦਾ ਭਾਣਾ ਹੁਕਮ ਮੰਨਣ ਕਰਕੇ
ਸਾਰੇ ਤਰ੍ਹਾਂ ਦੇ ਜੀਵ ਸੁਖ ਪ੍ਰਾਪਤ ਕਰਦਾ ਪਾਉਂਦਾ ਹੈ। ਅੰਤੇ ਨਾਮ ਸਖਾਈ, ਅੰਤਲੇ ਸਮੇਂ ਜੀਵ ਦਾ ਜਿਹੜਾ ਪ੍ਰਮਾਤਮਾ ਦਾ ਜਪਿਆ ਨਾਮ ਇਹੀ ਸਖਾਈ ਸਖਾ ਬਣੇਗਾ, ਮਿੱਤਰ ਬਣਦਾ ਹੈ। ਆਪਣਾ ਆਪ ਨਾ ਪਛਾਣੈ ਸੰਤੋ, ਏ ਗੁਰੂ ਦੇ ਪਿਆਰੇ ਸਿਮਰਨ ਕਰਨ ਵਾਲੇ ਸ਼ਾਂਤ ਆਤਮਾ ਸੰਤ ਗੁਰ ਸਿੱਖੋ, ਇਹ ਮਨਮੁਖ ਜੀਵ ਆਪਣਾ ਜਿਹੜਾ ਆਪ ਸਰੂਪ ਹੈ ਆਤਮਾ ਦਾ, ਉਹਨੂੰ ਨਹੀਂ ਪਛਾਨਣਾ ਕਰਦਾ, ਨਹੀਂ ਸਮਝਦਾ ਹੈ। ਕੂੜ ਕਰਹਿ ਵਡਿਆਈ, ਆਪਣਾ ਸਰੂਪ ਤੇ ਸਮਝਿਆ ਨਹੀਂ ਹੈ ਤੇ ਐਵੇਂ ਕੂੜ ਝੂਠੀਆਂ ਆਪਣੀਆਂ ਵਡਿਆਈਆਂ ਕਰੀ ਜਾਂਦਾ। ਵਡਿਆਈ ਕੀ ਕਰਦਾ ਜੀ, ਇਸ ਤਰ੍ਹਾਂ ਪੂਜਾ ਕਰਨੀ ਚਾਹੀਦੀ ਤੇ ਮੈਨੂੰ ਤੇ ਪਰਮਾਤਮਾ ਦੀ ਕਿਰਪਾ ਇਸ ਤਰ੍ਹਾਂ ਮਿਲੀ ਹੈ। ਕਿਰਪਾ ਲੈਣ ਦੇ ਨੇੜੇ ਵੀ ਨਹੀਂ ਗਿਆ ਤੇ ਇਸ ਲਈ ਉਹ ਵਿਧੀ ਨਹੀਂ ਜਾਣਦਾ ਪਰਮਾਤਮਾ ਦੀ ਪ੍ਰਾਪਤੀ ਦੀ, ਝੂਠੀਆਂ ਵਡਿਆਈਆਂ ਕਰੀ ਜਾਂਦਾ ਹੈ। ਘਾਟ ਨਾ ਕਿਨਹੀ ਕਿਸ ਹੀ ਕਹਾਇਆ, ਸਭ ਕਹਤੇ ਹੈ ਪਾਇਆ। ਕਿਸੇ ਕੋਲ ਚਲੇ ਜਾਓ, ਉਹ ਕਹਿੰਦਾ ਜੀ ਸਾਡਾ ਸੰਤ ਵੱਡਾ ਹੈ, ਦੂਜਾ ਕਹਿੰਦਾ ਜੀ ਸਾਡਾ ਸੰਤ ਵੱਡਾ ਹੈ, ਇਹਨੇ ਪਰਮਾਤਮਾ ਨੂੰ ਪਾਇਆ, ਦੂਜਾ ਕਹਿੰਦਾ ਜੀ ਇਸ ਤਰ੍ਹਾਂ ਪਾਈਦਾ ਹੈ। ਇਹੀ ਕੁਝ ਦੁਨੀਆ 'ਚ ਚੱਲਦਾ ਅੱਜ ਦੇ ਸਮੇਂ ਅੰਦਰ। ਬਿਰਲਾ ਗੁਰਮੁਖ ਪਿਆਰਾ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਉਹ ਆਨੰਦ ਵਿੱਚ ਹੀ ਮਸਤ, ਨੂੰ ਕੋਈ ਜਾਣਦਾ ਹੀ ਨਹੀਂ ਹੈ। ਕੋਈ ਸ਼ਰਧਾ ਨਹੀਂ ਕਿਸੇ ਦੀ ਬਣੇਗੀ ਰੱਬ ਦੇ ਪਿਆਰੇ ਦੇ ਉੱਪਰ ਜਿਹਦੀ ਅੰਦਰੋਂ ਸੁਰਤ ਜੁੜ ਗਈ ਹੈ। ਉਹਨੇ ਕੀ ਲੈਣਾ ਵਡਿਆਈਆਂ ਕਰਵਾ ਕੇ, ਕੀ ਲੈਣਾ ਆਪਣੀ ਪੂਜਾ ਸਤਿਕਾਰ ਕਰਵਾ ਕੇ। ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਉਹ ਕਹਿੰਦਾ ਇਹ ਤਾਂ ਦੁਨੀਆ ਦੀਆਂ ਵਡਿਆਈਆਂ ਅੱਗ ਦੇ ਨਾਲ ਸਾੜ ਕੇ ਸੁਆਹ ਕਰ ਦੇਣੀਆਂ ਚਾਹੀਦੀਆਂ ਨੇ। ਜਿਹੜਾ ਮਨਮੁਖ ਬੰਦਾ ਆਪਣਾ ਸਰੂਪ ਨਹੀਂ ਪਛਾਣ ਸਕਿਆ, ਐਵੇਂ ਝੂਠੀਆਂ ਵਡਿਆਈਆਂ ਆਪਣੇ ਸਰੀਰ ਦੀਆਂ, ਆਪਣਿਆਂ ਸਥਾਨਾਂ ਦੀਆਂ ਕਰੀ ਜਾਂਦਾ ਹੈ। ਪਾਖੰਡ ਕੀਨੈ ਜਮ ਨਹੀਂ ਛੋੜੈ, ਇਸ ਤਰ੍ਹਾਂ ਦਾ ਜਿਹੜਾ ਪਖੰਡੀ ਬੰਦਾ ਹੈ, ਅੰਦਰੋਂ ਸੁਰਤ ਜੁੜੀ ਨਹੀਂ ਤੇ ਲੋਕਾਂ ਨੂੰ ਨੇਤਰ ਬੰਦ ਕਰਕੇ ਕਹੇ ਮੈਨੂੰ ਤੇ ਤਰਲੋਕੀ ਦਾ ਗਿਆਨ ਹੁੰਦਾ, ਇਹ ਪਖੰਡ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪਾਖੰਡ ਕੀਨੈ ਜਮ ਨਹੀਂ ਛੋੜੈ, ਪਖੰਡ ਕਰਨ ਵਾਲੇ ਨੂੰ ਜਮਦੂਤ ਕਦੇ ਵੀ ਛੱਡੇਗਾ ਨਹੀਂ। ਲੈ ਜਾਸੀ ਪਤ ਗਵਾਈ, ਇਸ ਮਾਤ ਲੋਕ ਦੇ ਵਿੱਚੋਂ ਉਹਦੀ ਸਾਰੀ ਬਣੀ ਬਣਾਈ ਪਤ ਇੱਜ਼ਤ ਨੂੰ ਗਵਾ ਕਰਕੇ ਨਾਲ ਲੈ ਕੇ ਤੁਰ ਜਾਵੇਗਾ। ਜਿਨ ਅੰਤਰ ਸ਼ਬਦ ਆਪ ਪਛਾਣੈ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਉਪਦੇਸ਼ ਟਿਕ ਗਿਆ, ਗੁਰੂ ਦਾ ਸ਼ਬਦ ਕਮਾਇਆ ਤੇ ਆਪਣੇ ਸਰੂਪ ਦੀ ਪਛਾਣ ਕੀਤੀ ਹੈ। ਗਤ ਮਿਤ ਤਿਨਹੀ ਪਾਈ, ਉਹਨਾਂ ਨੇ ਗਤ ਪਰਮਾਤਮਾ ਦੀ ਪ੍ਰਾਪਤੀ ਦੀ ਮਿਤ ਜਿਹੜੀ ਮਰਜ਼ਾਦਾ ਹੈ ਪਾਈ, ਪ੍ਰਾਪਤ ਕੀਤੀ। ਉਹਨਾਂ ਨੂੰ ਪਤਾ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇਗੀ। ਇਹੋ ਮਨੁਆ ਸੁਨ ਸਮਾਦ ਲਗਾਵੇ, ਇਹ ਜਿਹੜਾ ਜੀਵ ਹੈ ਇਸ ਲਈ ਆਪਣੇ ਮਨ ਨੂੰ ਸੁਨ ਅਫੁਰ ਪਰਮਾਤਮਾ ਦੇ ਅੰਦਰ ਜਾ ਕੇ ਸਮਾਦ ਲਗਾਵੇ ਦਾ ਅਰਥ ਟਿਕਾਉਣਾ ਕਰੇ। ਆਪਣੇ ਮਨ ਨੂੰ ਸੁਨ ਪਰਮਾਤਮਾ ਦੇ ਵਿੱਚ ਜਾ ਕੇ ਲਗਾ ਦੇਵੇ, ਟਿਕਾ ਦੇਣਾ ਕਰੇ। ਜੋਤੀ ਜੋਤ ਮਿਲਾਈ, ਫਿਰ ਜਿਹੜੀ ਜੀਵ ਦੀ ਐਸੀ ਪ੍ਰਤੱਖ ਜੋਤ ਹੈ, ਇਹਨੂੰ ਜੋਤੀ ਪਰਮਾਤਮਾ ਵਾਹਿਗੁਰੂ ਆਪਣੀ ਸਵੈੰਗ ਜੋਤ ਦੇ ਵਿੱਚ ਮਿਲਾ ਲੈਂਦਾ ਹੈ। ਪਰਮਾਤਮਾ ਦੀ ਸਵੈੰਗ ਜੋਤ ਹੈ ਜਿਹੜੀ ਜੀਵਾਂ ਦੇ ਅੰਦਰ ਵੱਖੋ ਵੱਖਰੀ ਕੰਮ ਕਰਦੀ, ਇਹਨੂੰ ਪ੍ਰਤੱਖ ਜੋਤ ਕਹਿੰਦੇ ਨੇ। ਫਿਰ ਗੁਰੂ ਦੇ ਪਿਆਰੀ ਦੀ ਜਿਹੜੀ ਐਸੀ ਪ੍ਰਤੱਖ ਜੋਤੀ ਹੈ, ਇਹਨੂੰ ਸਵੈੰਗ ਜੋਤ ਦੇ ਅੰਦਰ ਪਰਮਾਤਮਾ ਆਪ ਹੀ ਮਿਲਾ ਲੈਂਦਾ। ਸੁਣ ਸੁਣ ਗੁਰਮੁਖ ਨਾਮ ਵਖਾਣੇ, ਆਪਣੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਪਰਮਾਤਮਾ ਦਾ ਜਿਹੜਾ ਨਾਮ ਹੈ, ਗੁਰਮੁਖ ਪਹਿਲਾਂ ਉਹਨੂੰ ਸੁਣਦੇ ਨੇ। ਫਿਰ ਜਦੋਂ ਸੁਣ ਲਿਆ, ਹਿਰਦੇ ਵਿੱਚ ਟਿਕ ਗਿਆ, ਫਿਰ ਬਖਾਣੇ ਦੂਸਰੇ ਨੂੰ ਕਹਿੰਦੇ ਤੂੰ ਵੀ ਪਰਮਾਤਮਾ ਦਾ ਨਾਮ ਜਪ। ਪਹਿਲਾਂ ਪਰਮਾਤਮਾ ਦਾ ਨਾਮ ਸੁਣਨਾ ਹੈ, ਫਿਰ ਉਹਨੂੰ ਮੰਨਣ ਵਿੱਚ ਲਿਆਉਣਾ, ਫਿਰ ਨਿਧਿਆਸਣ ਦੀ ਅਵਸਥਾ ਆਉਂਦੀ ਹੈ। ਇਸ ਲਈ ਗੁਰਮੁਖ ਪਿਆਰੇ ਨਾਮ ਨੂੰ ਸੁਣ ਕੇ ਫਿਰ ਦੂਸਰੇ ਦੇ ਤਾਈ ਬਖਿਆਣ ਕਰਦੇ ਹਨ। ਸਤ ਸੰਗਤ ਮਿਲਾਈ, ਆਪਣੇ ਆਪ ਨੂੰ ਸਤ ਨਾਸ ਤੋਂ ਰਹਿਤ ਪਰਮਾਤਮਾ ਦੀ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਮਿਲਾ ਦਿੰਦੇ ਹਨ। ਗੁਰਮੁਖ ਗਾਵੇ ਆਪ ਗਵਾਵੇ, ਜਿਹੜੇ ਗੁਰਮੁਖ ਪਿਆਰੇ ਨੇ ਪਰਮਾਤਮਾ ਦੇ ਸ਼ਬਦ ਉਪਦੇਸ਼ ਨੂੰ, ਗੁਰੂ ਦੇ ਗੁਣਾਂ ਨੂੰ ਗਾ ਕਰਕੇ ਆਪਣਾ ਆਪਾ ਭਾਵ ਹੰਕਾਰ ਗਵਾ
ਮਿਟਾ ਦਿੰਦੇ, ਦੂਰ ਕਰ ਦਿੰਦੇ। ਦਰ ਸਾਚੈ ਸੋਭਾ ਪਾਈ। ਉਹ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਜਾ ਕੇ ਸੋਭਾ ਵਡਿਆਈ ਪਾਉਂਦੇ, ਮਾਣ ਸਤਿਕਾਰ ਪਾਉਂਦੇ ਹਨ। ਸਾਚੀ ਬਾਣੀ ਸੱਚ ਵਖਾਣੈ। ਜਿਹੜੀ ਸੱਚੀ ਗੁਰੂ ਨਾਨਕ ਸਾਹਿਬ ਜੀ ਦੀ ਸੱਚਖੰਡ ਵਿੱਚੋਂ ਆਈ ਹੋਈ ਬਾਣੀ ਹੈ, ਇਹ ਸੱਚ ਦਾ ਵਖਿਆਨ ਕਰਦੀ, ਪਰਮਾਤਮਾ ਦੇ ਸਰੂਪ ਦੇ ਨਿਰਣੇ ਕਰਦੀ ਹੈ। ਸੱਚ ਨਾਮ ਲਿਵ ਲਾਈ। ਇਹ ਗੁਰਬਾਣੀ ਗੁਰਸਿੱਖਾਂ ਦੀ ਜਿਹੜੀ ਲਿਵ ਹੈ, ਸੱਚੇ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਲਾਉਂਦੀ ਹੈ। ਜਾਂ ਸਾਰੀ ਗੁਰਬਾਣੀ ਇਹੀ ਉਪਦੇਸ਼ ਦਿੰਦੀ, ਗੁਰਸਿੱਖਾ ਆਪਣੀ ਜਿਹੜੀ ਲਿਵ ਸੁਰਤ ਹੈ, ਇਹਨੂੰ ਸੱਚੇ ਨਾਮ ਦੇ ਵਿੱਚ ਤੂੰ ਲਾ ਦੇਣਾ ਕਰ। ਭੈ ਭੰਜਨ ਅਤ ਪਾਪ ਨਿਖੰਜਨ। ਜਿਹੜੇ 7 ਤਰ੍ਹਾਂ ਦੇ ਭੈ ਡਰ ਹਨ, ਉਹਨਾਂ ਨੂੰ ਭੰਜਨ ਕੱਟਣ ਵਾਲਾ ਹੈ ਪਰਮਾਤਮਾ। ਅਤ ਜਿਹੜੇ ਮਹਾਨ ਬੱਜਰ ਪਾਪਨ, ਪਾਪ ਜਿਹੜੇ ਪਾਪ ਹਨ, ਇੱਕ ਸਮਾਨ ਪਾਪ, ਇੱਕ ਬੱਜਰ ਪਾਪ ਹੁੰਦੇ। ਅਤ ਦਾ ਅਰਥ ਜਿਹੜੇ ਬੱਜਰ ਪਾਪ ਨੇ, ਇਹਨਾਂ ਨੂੰ ਨਖੰਜਨ ਕੱਟ ਦਿੰਦਾ ਹੈ। ਮੇਰਾ ਪ੍ਰਭ ਅੰਤ ਸਖਾਈ। ਮੇਰਾ ਪ੍ਰਭੂ ਵਿਆਪਕ ਸਰੂਪ ਪਰਮਾਤਮਾ, ਉਹ ਅੰਤਲੇ ਸਮੇਂ ਸਖਾਈ ਮਿੱਤਰ ਬਣਦਾ, ਸਾਰੇ ਤਰ੍ਹਾਂ ਦੇ ਡਰ ਚੁੱਕ ਦਿੰਦਾ, ਸਭ ਤਰ੍ਹਾਂ ਦੇ ਪਾਪਾਂ ਨੂੰ ਕੱਟ ਕੇ ਰੱਖ ਦਿੰਦਾ ਹੈ। ਸਭ ਕਿਛ ਆਪੇ ਆਪ ਵਰਤੈ। ਸਾਰਾ ਕੁਝ ਜਿੰਨਾ ਵੀ ਦੁਨੀਆ ਵਿੱਚ ਵਰਤ ਵਰਤਾਵਾ ਹੋ ਰਿਹਾ, ਇਹ ਪਰਮਾਤਮਾ ਆਪ ਹੀ ਵਰਤ ਰਿਹਾ, ਆਪਣੇ ਹੀ ਰੂਪ ਧਾਰੇ ਹੋਏ ਹਨ। ਨਾਨਕ ਨਾਮ ਵਡਿਆਈ। ਜਿਹੜੇ ਐਸੀ ਬਿਰਤੀ ਬਣਾ ਕੇ ਪਰਮਾਤਮਾ ਵਾਹਿਗੁਰੂ ਜੀ ਦੇ ਸਾਰੇ ਸਰੂਪ ਤੱਕਦੇ ਨੇ ਵੀ ਸਭਨਾਂ ਦੇ ਵਿੱਚ ਪਰਮਾਤਮਾ ਬੋਲਦਾ ਹੈ, ਫਿਰ ਉਹਨਾਂ ਨੂੰ ਨਾਮ ਜਪਣ ਦੇ ਸਦਕਾ ਪਰਮਾਤਮਾ ਦਾ ਰੂਪ ਹੋਣ ਦੀ ਵਡਿਆਈ ਮਿਲ ਜਾਂਦੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਵਡਿਆਈ ਮਿਲਦੀ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਉਸ ਵੇਲੇ ਤੇ ਜੋਗੀ ਲੋਕਾਂ ਨੂੰ ਬਖਸ਼ੇ ਨੇ, ਤੇ ਅੱਜ ਸਮੁੱਚੀਆਂ ਸੰਗਤਾਂ ਨੂੰ ਸਾਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਭੈ ਭੰਜਨ ਅਤ ਪਾਪ ਨਿਖੰਜਨ। ਮੇਰਾ ਪ੍ਰਭ ਅੰਤ ਸਖਾਈ। ਸਭ ਕਿਛ ਆਪੇ ਆਪ ਵਰਤੈ। ਨਾਨਕ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।